भगत सारे। गुरबाणी कहे सेवक जन मानै, प्रतख गुरु निस्तारे। श्लोक नाल तुम मधुर ओंकार पढ़ी। जय श्री वाहिगुरु साहिब जी। जैत सरी महला पंजवा वार श्लोकां नाल। एक ओंकार सतगुर प्रसाद। श्लोक आद पूरन मध पूरन अंत पूर्ण परमेश्वरा। सिमरंत संत सर्वत्र रमण, नानक आगनासन जगदीशरा। आद पूरन मध पूरन अंत पूर्ण परमेश्वरा। सिमरंत संत सर्वत्र रमण, नानक आगनासन जगदीशरा। ਵੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜਿਆ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਦਾ ਸਦਕਾ ਹੈ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਵਤਾਰ ਅਸਥਾਨ ਸ੍ਰੀ ਤਖਤ ਸਾਹਿਬ ਜੀ ਤੇ ਪਵਿੱਤਰ ਯਾਤਰਾ ਕਰਦੇ ਹੋਏ ਸੱਚਖੰਡ ਵਾਸੀ ਪਰਮ ਪੂਜਨੀਕ 108 ਸੰਤ ਬਾਬਾ ਭਾਗ ਸਿੰਘ ਸਾਹਿਬ ਜੀ ਗੁਰਮੁਖ ਪਿਆਰਿਆਂ ਦੀ ਸਾਲਾਨਾ ਬਰਸੀ ਮਨਾ ਰਹੇ ਹਾਂ। ਸੰਸਾਰ ਦੀ ਕਲਿਆਣ ਵਾਸਤੇ, ਉਪਦਰਵਾਂ ਨੂੰ ਮੇਟਣ ਵਾਸਤੇ, ਨਾਸਤਕ ਪੁਣ ਚੱਕਣ ਵਾਸਤੇ, ਮਰਿਆਦਾ ਵਿੱਚ ਚਲਾਉਣ ਵਾਸਤੇ ਸਮੇਂ ਸਮੇਂ ਸਿਰ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਕੁਝ ਕੁ ਦੇਵਤਿਆਂ ਦੇ ਅਵਤਾਰ ਪ੍ਰਗਟ ਕੀਤੇ। ਸੋ ਉਹਨਾਂ ਅਵਤਾਰਾਂ ਨੂੰ ਬਿਪਤਾ ਤੋਂ ਰੱਖਿਆ ਕਰਨ ਵਾਸਤੇ ਜਿਹੜਾ ਹੋਵੇ ਉਹਨੂੰ ਅਵਤਾਰ ਕਿਹਾ ਹੈ। ਸੋ ਉਹਨਾਂ ਨੂੰ ਗੁਰਮੁਖ ਪਿਆਰਿਆਂ ਸਿਆਣਿਆਂ ਗੁਰਮੁਖਾਂ ਨੇ ਪੰਜੀ ਛੀਂ ਥਾਈਂ ਵੰਡਿਆ ਹੈ। ਇੱਕ ਅੰਸਾ ਅਵਤਾਰ ਹੁੰਦੇ ਹਨ, ਇੱਕ ਅਵੇਸ਼ਾ ਅਵਤਾਰ ਹੁੰਦੇ ਹਨ, ਇੱਕ ਕਲਾ ਅਵਤਾਰ ਹੁੰਦੇ ਹਨ, ਇੱਕ ਨਿਤ ਅਵਤਾਰ ਹੁੰਦੇ ਹਨ, ਇੱਕ ਨਿਮਿਤ ਅਵਤਾਰ ਹੁੰਦੇ ਹਨ, ਇੱਕ ਪੂਰਨ ਅਵਤਾਰ ਹੁੰਦੇ ਹਨ। ਇਸ ਪ੍ਰਕਾਰ ਇਹ ਅਵਤਾਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿੰਨੇ ਅਵਤਾਰਾਂ ਦਾ ਨਿਰਣਾ ਕੀਤਾ ਹੈ ਇਹ ਸਾਰੇ ਦੇਵਤਿਆਂ ਦੇ ਅਵਤਾਰ ਹੋਏ ਹਨ। ਸੋ ਅੰਸਾ ਅਵਤਾਰ ਰਾਜੇ ਮਹਾਰਾਜੇ ਜਿਹੜੇ ਸੰਸਾਰ ਵਿੱਚ ਆਉਣ, ਜਿਨ੍ਹਾਂ ਵਿੱਚ ਇੱਕ ਹਕੂਮਤ ਦੇ ਅੰਸ਼ ਹੋਵੇ, ਉਹਨਾਂ ਨੂੰ ਅੰਸਾ ਅਵਤਾਰ ਸਤਿਗੁਰੂ ਜੀ ਨੇ ਕਿਹਾ ਹੈ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ, ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭਿੜੀਆ। ਸੋ ਅਵੇਸ਼ਾ ਅਵਤਾਰ ਉਹ ਹੁੰਦਾ ਹੈ ਜਿਸ ਦੇ ਵਿੱਚ ਪਹਿਲਾਂ ਕੋਈ ਸ਼ਕਤੀ ਕਲਾ ਕਰਾਮਾਤ ਨਾ ਹੋਵੇ, ਤਪੱਸਿਆ ਕਰਨ ਤੋਂ ਪ੍ਰਾਪਤ ਹੋਵੇ। ਉਹ ਪਰਸ਼ੁਰਾਮ ਵਰਗੇ ਜਿਹੜੇ ਜਮਦਗਨੀ ਦੇ ਪੁੱਤਰ ਸਨ, ਉਹ ਅਵੇਸ਼ਾ ਅਵਤਾਰ ਸੀ। ਸੋ ਸ੍ਰੀ ਰਾਮ ਚੰਦਰ ਜੀ ਨੇ ਉਹਦੇ ਚਰਨੀ ਹੱਥ ਲਾ ਕੇ ਉਹਦੀ ਸ਼ਕਤੀ ਉਸੇ ਤਰ੍ਹਾਂ ਖਿੱਚ ਲਈ ਸੀ। ਸੋ ਉਹ ਅਵੇਸ਼ਾ ਅਵਤਾਰ। ਇਸੇ ਤਰ੍ਹਾਂ ਕਲਾ ਅਵਤਾਰ ਜਿਨ੍ਹਾਂ ਦੇ ਵਿੱਚ ਗਿਣਤੀ ਮਿਣਤੀ ਦੀ ਕੋਈ ਸ਼ਕਤੀ ਹੋਵੇ, ਜਿਵੇਂ ਮੱਛ ਅਵਤਾਰ, ਜਿਵੇਂ ਕੱਛ ਅਵਤਾਰ, ਜਿਵੇਂ 52 ਅਵਤਾਰ ਹੋਏ। ਸੋ ਇਸ ਤੋਂ ਅੱਗੇ ਸੋ ਦੱਸਦੇ ਹਨ ਨਿਮਿਤ ਅਵਤਾਰ। ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ, ਕਿਸੇ ਇੱਕ ਵਜ੍ਹਾ ਨੂੰ ਲੈ ਕੇ, ਇੱਕ ਸਬੱਬ ਨੂੰ ਲੈ ਕੇ, ਕਿਸੇ ਇੱਕ ਕੌਤਕ ਨੂੰ ਲੈ ਕੇ ਅਵਤਾਰ ਪ੍ਰਗਟ ਹੋਣਾ ਔਰ ਇੱਕ ਕਾਰਜ ਉਹੀ ਕਰਕੇ ਫਿਰ ਉਹ ਆਪਣਾ ਸਰੂਪ ਅਲੋਪ ਕਰ ਲੈਣਾ। ਜਿਵੇਂ ਨਰਸਿੰਘ ਰੂਪ ਧਾਰਿਆ ਸੀ ਕੇਵਲ ਹਰਨਾਕਸ਼ ਨੂੰ ਮਾਰਨ ਵਾਸਤੇ। ਸੋ ਹੋਰ ਕੋਈ ਕਾਰਨ ਨਹੀਂ ਸੀ, ਹੋਰ ਕੋਈ ਕੌਤਕ ਨਹੀਂ ਕੀਤਾ। ਜਿਵੇਂ ਹੰਸਾ ਅਵਤਾਰ ਧਾਰਿਆ ਸੀ ਕੇਵਲ ਸਨਕ ਸਨੰਦਰ ਸਨਾਤਨ ਸੰਤ ਕੁਮਾਰ ਨੂੰ ਉੱਤਰ ਦੇਣ ਵਾਸਤੇ।
ਸੋ ਇਸ ਪ੍ਰਕਾਰ ਜਿਵੇਂ 52 ਅਵਤਾਰ ਧਾਰਿਆ ਸੀ ਕੇਵਲ ਬਲਰਾਜ ਨੂੰ ਛੱਡਣ ਵਾਸਤੇ, ਉਹ ਨਿਮਿਤ ਅਵਤਾਰ ਹੋਇਆ ਕਰਦੇ ਨੇ। ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ ਅਵਤਾਰ ਧਾਰਨਾ, ਉਹ ਕਾਰਜ ਪੂਰਾ ਕਰਕੇ ਫਿਰ ਆਪਣਾ ਸਰੂਪ ਆਲੋਪ ਕਰ ਲੈਣਾ। ਸੋ ਇਹਨਾਂ ਸਾਰਿਆਂ ਅਵਤਾਰਾਂ ਤੋਂ ਬਾਅਦ ਨਿਤ ਅਵਤਾਰ ਹਨ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਮਹਾਤਮਾ। ਸੋ ਸੰਸਾਰ ਦੇ ਵਿੱਚ ਕੋਈ ਜਿਵੇਂ ਇੱਕ ਚੱਕਰਵਰਤੀ ਪਾਤਸ਼ਾਹ ਹੋਵੇ, ਉਸ ਦੇ ਕਿਸੇ ਇੱਕ ਹਿੱਸੇ ਦੇ ਵਿੱਚ ਕੋਈ ਗੜਬੜ ਪੈ ਜਾਵੇ, ਕੋਈ ਆਕੀ ਹੋਣ ਲੱਗੇ, ਕੋਈ ਲੋਕ ਆਕੀ ਹੋਣ ਲੱਗਣ, ਉਸ ਬਗਾਵਤ ਨੂੰ ਦਬਾਉਣ ਵਾਸਤੇ ਕੋਈ ਆਪਣਾ ਜਰਨੈਲ ਜਾਂ ਕੋਈ ਲੀਡਰ ਉੱਥੇ ਭੇਜ ਦਿੱਤਾ ਜਾਂਦਾ ਹੈ ਕਿ ਜਾ ਕੇ ਉੱਥੇ ਅਮਨ ਅਮਾਨ ਕਾਇਮ ਕਰ। ਸੋ ਇਸੇ ਤਰ੍ਹਾਂ ਥੋੜ੍ਹੇ ਥੋੜ੍ਹੇ ਨਾਸਤਿਕ ਪੁਣੇ ਨੂੰ ਦਬਾਉਣ ਵਾਸਤੇ ਇਹ ਪਿਛਲੇ ਜਿਹੜੇ ਅਵਤਾਰ ਹਨ, ਉਹ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਿਸ਼ਨੂੰ ਜੀ ਦੇ ਅਵਤਾਰ ਇਹ ਆਏ। ਪਰ ਜਦੋਂ ਅਮਨ ਅਮਾਨ ਕਾਇਮ ਹੋ ਜਾਵੇ ਤਾਂ ਉੱਥੇ ਹੋਰ ਅਫਸਰ ਤਾਇਨਾਤ ਕਰ ਦਿੱਤੇ ਜਾਂਦੇ ਨੇ, ਮੁਕਰਰ ਕਰ ਦਿੱਤੇ ਜਾਂਦੇ ਨੇ ਕਿ ਜੋ ਅਮਨ ਅਮਾਨ, ਜੋ ਕਾਨੂੰਨ ਬਣਾ ਦਿੱਤਾ ਗਿਆ ਹੈ, ਇਹਨੂੰ ਤੁਸੀਂ ਚਲਾਉਣ ਵਾਸਤੇ ਇੱਥੇ ਟਿਕੋ। ਸੋ ਉਹ ਪਰਮੇਸ਼ਰ ਦੀ ਚਲਾਈ ਹੋਈ ਮਰਿਆਦਾ ਨੂੰ ਅੱਗੇ ਜਿਹੜੇ ਚਲਾਉਣ ਵਾਲੇ ਹਨ, ਉਹਨਾਂ ਦਾ ਨਾਮ ਨਿਤ ਅਵਤਾਰ ਹੈ। ਉਹ ਨਿਤ ਅਵਤਾਰ ਗੁਰੂ ਕੇ ਸੰਤ ਭਗਤ ਬ੍ਰਹਮ ਗਿਆਨੀ ਤਤਵੇਤੇ ਗੁਰਮੁਖ ਗੁਰਸਿੱਖ ਜਿਹੜੇ ਹਨ, ਉਹ ਨਿਤ ਅਵਤਾਰ ਹੋਇਆ ਕਰਦੇ ਹਨ। ਸੋ ਅੱਜ ਆਪਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਉਹ ਨਿਤ ਅਵਤਾਰਾਂ ਵਿੱਚੋਂ ਹਨ। ਸੋ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਅਵਗੁਣ ਨਹੀਂ, ਗੁਣ ਹੀ ਗੁਣ ਹਨ। ਸਗਲ ਗੁਣ ਅਵਗੁਣ ਨਾ ਕੋਈ, ਹੋਏ ਨੀਤਾ ਨੀਤਾ। ਉਹ ਨਿਤ ਰਹਿਣ ਵਾਲੇ ਗੁਰੂ ਕੇ ਪਿਆਰੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਹ ਸਦਾ ਵਾਸਤੇ ਜਿਉਂਦੇ ਜਾਗਦੇ ਪਰਮੇਸ਼ਰ ਦੇ ਪਿਆਰੇ। ਜਿਵੇਂ ਹਰਨਾਕਸ਼ ਨੂੰ ਤਾਂ ਮਰਿਆ ਹੋਇਆ ਸਾਰੇ ਕਹਿ ਦਿੰਦੇ ਨੇ, ਪਰ ਪ੍ਰਹਿਲਾਦ ਕਦੇ ਵੀ ਨਹੀਂ ਮਰਿਆ। ਇਸੇ ਤਰ੍ਹਾਂ ਧਰੂਵ ਭਗਤ ਕਦੇ ਵੀ ਨਹੀਂ ਮਰੇ। ਭਗਤ ਕਬੀਰ ਵਰਗੇ, ਭਗਤ ਨਾਮਦੇਵ ਵਰਗੇ ਸਦਾ ਵਾਸਤੇ ਜਿਉਂਦੇ ਜਾਗਦੇ ਹਨ ਪਰਮੇਸ਼ਰ ਵਿੱਚ ਲੀਨ ਹੋਏ ਕਰਕੇ। ਇਸ ਵਾਸਤੇ ਐਸੇ ਜਿਹੜੇ ਗੁਰਮੁਖ ਸੰਤ ਭਗਤ ਹੋਣ, ਉਹਨਾਂ ਨੂੰ ਨਿਤ ਅਵਤਾਰ ਕਰਕੇ ਗੁਰਮੁਖ ਪਿਆਰਿਆਂ ਨੇ ਮੰਨਿਆ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਅੱਜ ਆਪਾਂ ਇਹ ਪਵਿੱਤਰ ਦਿਨ ਮਨਾ ਰਹੇ ਹਾਂ, ਉਹ ਉਹਨਾਂ ਹੀ ਗੁਰਮੁਖ ਪਿਆਰਿਆਂ ਬ੍ਰਹਮ ਗਿਆਨੀਆਂ ਵਿੱਚੋਂ ਜਿਨ੍ਹਾਂ ਨੂੰ ਇਸ ਨਿਤ ਅਵਤਾਰ ਦੀ ਗਿਣਤੀ ਦੇ ਵਿੱਚ ਗਿਣਿਆ ਜਾ ਸਕਦਾ ਹੈ। ਸੋ ਪੂਰਨ ਅਵਤਾਰ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਜੀ 16 ਕਲਾ, ਸ੍ਰੀ ਰਾਮਚੰਦਰ ਜੀ 14 ਕਲਾ ਸੰਪੂਰਨ ਹੋਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਅਵਤਾਰ ਹੋਏ। ਪਰ ਕਲਯੁਗ ਦਾ ਭਿਆਨਕ ਸਮਾਂ ਜਿਹੜਾ ਹੈ ਖਾਲਸਾ ਜੀ, ਇਸ ਦੇ ਵਿੱਚ ਜਿਵੇਂ ਆਪਣੇ ਸਾਰੇ ਇਲਾਕੇ ਦੇ ਵਿੱਚ ਚੱਕਰਵਰਤੀ ਪਾਤਸ਼ਾਹ ਵੇਖ ਲਵੇ ਕਿ ਹੁਣ ਐਸੀ ਬਗਾਵਤ ਫੈਲਣ ਲੱਗੀ ਹੈ, ਮੇਰੇ ਆਪਣੇ ਉੱਥੇ ਪਹੁੰਚਿਆਂ ਤੋਂ ਬਿਨਾਂ ਇਹ ਬਗਾਵਤ ਦਵਾਈ ਨਹੀਂ ਜਾਣੀ, ਉਹਨੂੰ ਆਪ ਚੜ੍ਹ ਕੇ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਪਹਿਲੇ ਯੁੱਗਾਂ ਦੇ ਵਿੱਚ ਕੁਛ ਲੋਕ ਨਾਸਤਿਕ ਹੋਏ, ਉਹਨਾਂ ਵਾਸਤੇ ਦੇਵਤਿਆਂ ਦੇ ਅਵਤਾਰਾਂ ਨਾਲ ਸਰ ਗਿਆ। ਪਰ ਕਲਯੁਗ ਦਾ ਜਿਹੜਾ ਬੜਾ ਭਾਰੀ ਭਿਆਨਕ ਸਮਾਂ, ਜਿੱਥੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਜਿੱਥੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਏ, ਇਸਤਰੀ ਪੁਰਖਾ ਖਟਿਆ ਭਾਓ, ਭਾਵੇਂ ਆਵੋ ਭਾਵੇਂ ਜਾਓ, ਜਿੱਥੇ ਕਲ ਹੋਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ, ਔਰ ਆਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਿਨਾੜੇ ਜਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਅਲਾਈ, ਵਰਤਿਆ ਪਾਪ ਸਭ ਜਗ ਮਾਹੀ, ਜਿੱਥੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਜਦੋਂ ਧਰਮ ਖੰਭ ਲਾ ਕੇ ਅਲੋਪ ਹੋ ਚੁੱਕਾ ਸੀ, ਸਭ ਥਾਵਾਂ ਤੋਂ ਅਭਾਵ ਹੋ ਚੁੱਕਾ ਸੀ, ਸਭ ਲੋਕ ਨਾਸਤਿਕ ਤੇ ਬੇਈਮਾਨ ਹੋ ਚੁੱਕੇ ਸਨ, ਪਰਜਾ ਸ਼ੰਕਰ ਵਰਨ ਹੋ ਚੁੱਕੀ ਸੀ, ਧੀ ਭੈਣ ਦੀ ਇੱਜ਼ਤ ਦੇ ਸਾਂਝੀ ਨਹੀਂ ਸਨ ਰਹਿ ਗਏ। ਸੋ ਕੂੜ ਅਮਾਵਸ ਸੱਚ ਚੰਦਰਮਾ, ਦੀਸਾ ਨਾਹੀਂ ਕਹਿ ਚੜਿਆ, ਝੂਠ ਦੀ ਕਾਲੀ ਬੋਲੀ ਮੱਸਿਆ ਦੀ ਰਾਤ ਪਈ ਹੋਈ ਸੀ। ਸੱਚ ਰੂਪੀ ਚੰਦਰਮਾ ਕਿਸੇ ਵੀ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ ਹੋਇਆ ਪ੍ਰਤੀਤ ਨਹੀਂ ਸੀ ਹੋ ਰਿਹਾ। ਜ਼ੁਲਮ ਦਾ, ਭਰਮ ਦਾ, ਵਹਿਮ ਦਾ, ਅਗਿਆਨ ਦਾ ਐਸਾ ਹਨੇਰਾ ਸੀ, ਜਿਸ ਨੂੰ ਦੂਰ ਕਰਨ ਵਾਸਤੇ ਜੇ 100 ਚੰਦਾ ਉਗਵੈ, ਸੂਰਜ ਚੜੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੈਂਕੜੇ ਆਪਣੇ ਵੇਦਾਂ ਦੇ ਗਿਆਨ ਰੂਪੀ ਸੂਰਜ ਚੜ੍ਹਨ ਤੋਂ, ਹਜ਼ਾਰਾਂ ਸ਼ਾਸਤਰਾਂ ਦੇ ਚੰਦਰਮਾ ਰੂਪੀ ਗਿਆਨ ਚੜ੍ਹਨ ਤੋਂ ਵੀ ਕਿਸੇ ਪ੍ਰਕਾਰ ਵੀ ਇਹ ਹਨੇਰਾ ਜਿਹੜਾ ਦੂਰ ਹੋਣ ਨੂੰ ਸਮਰੱਥ ਨਹੀਂ ਸੀ ਹੋ ਸਕਦਾ। ਉਸ ਅਗਿਆਨ, ਜ਼ੁਲਮ, ਭਰਮ ਤੇ ਵਹਿਮ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਸੋ ਇਹ ਅਕਾਲ ਪੁਰਖ ਨੇ ਜ਼ਰੂਰੀ ਸਮਝਿਆ ਕਿ ਅਸੀਂ ਹੁਣ ਆਪ ਆਪਣਾ ਸਰੂਪ ਪ੍ਰਗਟ ਕਰੀਏ।
ਸੋ ਕਲਯੁਗ ਨੂੰ ਤਾਰਨ ਵਾਸਤੇ, ਵਿਛੜੇ ਹੋਏ ਜੀਵਾਂ ਨੂੰ ਮਿਲਣ ਵਾਸਤੇ ਜੋ ਸਾਰਾ ਸੰਸਾਰ ਈਰਖਾ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ, ਗਰਭ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਪੁੱਜ ਰਿਹਾ ਸੀ, ਇਸ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਸਭ ਸ੍ਰਿਸ਼ਟੀ ਨੇ ਆਪ ਮੁਹਾਰੀਆਂ ਜਦੋਂ ਆਵਾਜ਼ਾਂ ਦਿਲਾਂ ਵਿੱਚੋਂ ਇਹ ਕੱਢੀਆਂ ਸਨ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਧਰਤੀ ਨੇ ਪਾਪਾਂ ਦੇ ਭਾਰ ਨਾਲ ਬੇਬਲ ਹੋਈ ਨੇ ਬੇਨਤੀ ਕੀਤੀ ਸੀ ਕਿ ਮੈਂ ਹੁਣ ਨਿੱਘਰਦੀ ਹੋਈ ਨਰਕਾਂ ਨੂੰ ਜਾ ਰਹੀ ਹਾਂ। ਧਰਮ ਰੂਪੀ ਬਲਦ ਦੇ 4 ਪੈਰ ਜਿਹੜੇ 7 ਤਪ, ਸੌਚ ਤੇ ਦਾਨ ਸਨ, ਉਹਨਾਂ ਵਿੱਚੋਂ ਕੇਵਲ ਇੱਕੋ ਇੱਕ ਦਾਨ ਹੀ ਇੱਕ ਪੈਰ ਰਹਿ ਗਿਆ ਹੈ। ਇੱਕ ਪੈਰ ਦੇ ਭਾਰ ਮੈਥੋਂ ਖੜੇ ਨਹੀਂ ਹੋਇਆ ਜਾ ਸਕਦਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਉਸ ਮੌਕੇ ਤੇ ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਾਹੇ ਸੁਭਾਏ। ਸੱਚੇ ਅਕਾਲ ਪੁਰਖ ਨੇ ਇਸ ਬੇਨਤੀ ਨੂੰ ਸੁਣਿਆ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾਂ ਦਰ ਸੁਣੀ ਪੁਕਾਰ, ਮੇਘਾ ਨੋ ਫਰਮਾਨ ਹੋਆ ਵਰਸੋ ਕਿਰਪਾ ਤਹਾਰ। ਉਸ ਮੌਕੇ ਤੇ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਨਿਰਗੁਣ ਸਰੂਪ ਨੂੰ ਸਰਗੁਣ ਸਰੂਪ ਬਣਾ ਕਰਕੇ ਆਪਣਾ ਗੁਰੂ ਨਾਨਕ ਨਾਮ ਰਖਾ ਕਰਕੇ ਆਪ ਹੀ ਸੰਸਾਰ ਵਿੱਚ ਪਾਠ ਆਇਆ, ਆਪ ਹੀ ਚੱਲ ਆਏ ਹਨ। ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ, ਜਹ ਸਿੱਖਿਆ ਸੰਗ੍ਰਹਿ ਤਤ ਹਰ ਚਰਨ ਮਿਲਾਇਓ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਿ ਆਪ ਇਹ ਪਹਿਲੇ ਜਿਹੜੇ 6 ਪ੍ਰਕਾਰ ਦੇ ਅਵਤਾਰ ਹਨ ਉਹਨਾਂ ਵਿੱਚੋਂ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਵਤਾਰ ਹਨ। ਸੋ ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹਨ। ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਮੰਡ ਹਨ, ਉਹਨਾਂ ਨੇ ਆਪਣੇ ਸਰਗੁਣ ਸਰੂਪ ਧਾਰ ਕਰਕੇ ਸਾਨੂੰ ਦਰਸ਼ਨ ਦਿੱਤੇ ਹਨ। ਜੋ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਦੇ ਚੰਨ ਤੋਂ ਜਿਵੇਂ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ, ਜਿਵੇਂ ਤਾਰੇ ਆਕਾਸ਼ ਵਿੱਚ ਹੁੰਦੇ ਹੋਏ ਤ੍ਰਿਉਧਾਨ ਹੋ ਜਾਂਦੇ ਹਨ, ਸੋ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੂਰਜ ਦੀ ਨਿਆਈ ਆਪ ਪ੍ਰਗਟੇ ਹਨ। ਸੋ ਸੂਰਜ ਤੋਂ ਛੁੱਟ ਬਾਕੀ ਦੀਆਂ ਜਿੰਨੀਆਂ ਰੋਸ਼ਨੀਆਂ ਹਨ ਉਹ ਸਾਰੀਆਂ ਪੂਰਾ ਹਨੇਰਾ ਚੱਕਣ ਨੂੰ ਸਮਰੱਥ ਨਹੀਂ, ਸੂਰਜ ਹੀ ਸਾਰਾ ਹਨੇਰਾ ਚੱਕ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਸੂਰਜ ਦੀ ਨਿਆਈ ਪ੍ਰਗਟ ਹੋਏ, ਆਪ ਜੀ ਨੇ ਹਨੇਰਾ ਚੱਕਿਆ ਕਿਵੇਂ? ਸੂਰਜ ਆਪਣੀਆਂ ਕਿਰਨਾਂ ਦੇ ਨਾਲ, ਆਪਣੀ ਧੁੱਪ ਦੇ ਨਾਲ ਹਨੇਰਾ ਚੱਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਜੋ ਤੁਰਕੀ ਬਾਣੀ ਦਾ ਫਰਮਾਨ ਹੋਇਆ ਹੈ, ਬਾਣੀ ਮੁਖੋਂ ਉਚਾਰਿਆ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਜੋ ਸਤਿਗੁਰੂ ਜੀ ਨੇ ਤੁਰਕੀ ਬਾਣੀ ਰਸਨਾ ਤੋਂ ਉਚਾਰਨ ਕੀਤੀ ਹੈ, ਇਸ ਦੇ ਨਾਲ ਸਾਰਾ ਅਗਿਆਨ ਦਾ ਹਨੇਰਾ ਦੂਰ ਹੋਇਆ ਹੈ। ਸੋ ਚਾਨਣ ਤੇ ਪ੍ਰਕਾਸ਼ ਕੀਤਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰੂ ਕੀ ਬਾਣੀ ਇਸ ਸੰਸਾਰ ਦੇ ਵਿੱਚ ਰੌਸ਼ਨ ਮੁਨਾਰਾ ਹੈ। ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਆ ਕੇ ਗੁਰੂ ਕੀ ਬਾਣੀ ਦਾ ਨਿਵਾਸ ਹੁੰਦਾ ਹੈ। ਜਿਸ ਹਿਰਦੇ ਵਿੱਚ ਨਿਵਾਸ ਹੋ ਜਾਵੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਸ ਹਿਰਦੇ ਵਿੱਚੋਂ ਸਾਰੇ ਪ੍ਰਕਾਰ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਗੁਰੂ ਕੀ ਬਾਣੀ ਦੀ ਕਿਰਪਾ ਦੇ ਨਾਲ ਹੋ ਜਾਂਦਾ ਹੈ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਬੱਦਲ ਰੂਪ ਹੋ ਕਰਕੇ ਵਰਖਾ ਆਪ ਜੀ ਨੇ ਕੀਤੀ ਹੈ। ਸਤਿਗੁਰੂ ਜੀ ਦੀ ਤੁਰਕੀ ਬਾਣੀ ਤੋਂ ਪਹਿਲਾਂ ਵੀ ਕੁਛ ਬਾਣੀਆਂ ਸਨ। ਇੱਕ ਮੁਕਤਸਰ ਸਾਹਿਬ ਮਿਲਿਆ ਸੀ, ਉਹ ਕਹਿਣ ਲੱਗਾ ਜੀ ਜੋ ਇਹ ਬਚਨ ਹਨ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਰਕੀ ਬਾਣੀ ਕਿਵੇਂ ਹੈ? ਅਸੀਂ ਨਹੀਂ ਮੰਨਦੇ, ਕਿਉਂਕਿ ਇਸ ਬਾਣੀ ਬੜੀ ਨੂੰ ਕੇਵਲ 400 ਸਾਲ 500 ਸਾਲ ਮੰਨ ਲੈਂਦੇ ਹੋਇਆ ਹੈ। ਪਰ ਇਸ ਤੋਂ ਪਹਿਲਾਂ ਵੇਦ ਬਾਣੀ, ਪੁਰਾਣ ਬਾਣੀ, ਕੁਰਾਨ ਬਾਣੀ, ਸਿਮਰਤੀਆਂ ਦੀ ਬਾਣੀ, ਸ਼ਾਸਤਰਾਂ ਦੀ ਬਾਣੀ, ਸੋ ਮੁੱਢਲੀ ਬਾਣੀ ਤੋਂ ਮੰਨਣੀ ਚਾਹੀਦੀ ਹੈ। ਇਸ ਵਾਸਤੇ ਇਹ ਤੁਰਕੀ ਬਾਣੀ ਕਿਵੇਂ ਹੋਈ? ਮੈਂ ਪੁੱਛਿਆ ਕਿ ਤੁਸੀਂ ਤੁਰ ਕਿਹਨੂੰ ਕਹਿੰਦੇ ਹੋ? ਕਹਿੰਦੇ ਤੁਰ ਤਾਂ ਸਤਿਯੁਗ ਹੀ ਹੋਇਆ ਨਾ, ਉਸ ਤੋਂ ਅੱਗੇ ਤ੍ਰੇਤਾ ਆਇਆ, ਦੁਆਪਰ ਆਇਆ, ਕਲਯੁਗ ਆਇਆ। ਮੈਂ ਬੇਨਤੀ ਕੀਤੀ ਕਿ ਤੁਹਾਨੂੰ ਇਹ ਵੱਡਾ ਭਾਰੀ ਭੁਲੇਖਾ ਹੈ, ਤੁਸੀਂ ਸਤਿਯੁਗ ਨੂੰ ਮੁੱਢ ਮੰਨ ਲਿਆ, ਧੁਰ ਮੰਨ ਲਿਆ। ਮੈਂ ਬੇਨਤੀ ਕੀਤੀ ਹੁਣ ਕਲਯੁਗ ਤੋਂ ਬਾਅਦ ਕੀ ਆਵੇਗਾ, ਤੁਹਾਡਾ ਕੀ ਅਨੁਮਾਨ ਹੈ? ਕਹਿੰਦੇ ਆਖੇ ਕਲਯੁਗ ਤੋਂ ਬਾਅਦ ਸਤਿਯੁਗ ਆਵੇਗਾ। ਫਿਰ ਬੇਨਤੀ ਕੀਤੀ ਕਿ ਸਤਿਯੁਗ ਦਾ ਮੁੱਢ ਫਿਰ ਕਲਯੁਗ ਹੋਇਆ ਨਾ, ਤੇ ਕਲਯੁਗ ਦਾ ਮੁੱਢ ਤ੍ਰੇਤਾ ਹੋਇਆ, ਤ੍ਰੇਤੇ ਦਾ ਮੁੱਢ ਦੁਆਪਰ ਹੋਇਆ, ਦੁਆਪਰ ਦਾ ਮੁੱਢ ਸਤਿਯੁਗ ਹੋਇਆ।
ਤੇ ਸਤਿਯੁਗ ਦਾ ਮੁੱਢ ਫਿਰ ਕਲਯੁਗ ਹੋਇਆ। ਜਿਹੜੀ ਚੀਜ਼ ਬਦਲਦੀ ਰਹਿਣ ਵਾਲੀ ਹੈ ਉਹ ਕਦੇ ਮੁੱਢ ਨਹੀਂ ਹੋ ਸਕਦੀ। ਇਸ ਵਾਸਤੇ ਸਤਿਯੁਗ ਨੂੰ ਮੁੱਢ ਮੰਨਣਾ ਇਹ ਅਤਿਅੰਤ ਗਲਤੀ ਹੈ, ਇਹ ਭੁਲੇਖਾ ਹੈ। ਮੁੱਢ ਕੌਣ ਹੈ? ਅਕਾਲ ਪੁਰਖ ਆਪ, ਜਿਸ ਤੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਨੇ। ਇਸ ਵਾਸਤੇ ਇਹ ਮੁੱਢ ਤੋਂ ਤੁਰ ਦਾ ਭਾਵ ਹੈ ਅਕਾਲ ਪੁਰਖ ਤੋਂ ਇਹ ਬਾਣੀ ਆਈ ਹੈ। ਬਾਕੀ ਜਿੰਨੀ ਬਾਣੀ ਹੈ ਉਸ ਤੇ ਅਸੀਂ ਕਿੰਤੂ ਨਹੀਂ ਕਰਦੇ, ਸਮੇਂ ਸਮੇਂ ਸਿਰ ਚੰਗੀ ਸੀ ਜਿਵੇਂ ਸੀ, ਪਰ ਉਹ ਬਾਣੀ ਧੁਰ ਤੋਂ ਆਈ ਹੋਈ ਬਾਣੀ ਨਹੀਂ। ਉਹ ਬਾਣੀ ਰਿਸ਼ੀਆਂ ਮੁਨੀਆਂ ਨੇ ਇੱਥੇ ਆ ਕੇ ਉਚਾਰਨ ਕੀਤੀ ਹੈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਨਹੀਂ ਆਪੋਂ ਉਚਾਰਦੇ, ਅਸੀਂ ਤਾਂ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇ ਲਾ ਲੋ। ਜਿਹੋ ਜੀ ਬਾਣੀ ਸਾਨੂੰ ਅਕਾਲ ਪੁਰਖ ਵੱਲੋਂ ਆ ਰਹੀ ਹੈ, ਸਫੁਰਨ ਹੋ ਰਹੀ ਹੈ, ਉਸੇ ਦੀ ਅਸੀਂ ਵਿਆਖਿਆ ਅੱਗੇ ਕਰ ਰਹੇ ਹਾਂ, ਉਹੀ ਉਚਾਰ ਕੇ ਸੁਣਾ ਰਹੇ ਹਾਂ। ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਅਸੀਂ ਆਪੋ ਤਾਂ ਬੋਲਣ ਹੀ ਨਹੀਂ ਜਾਣਦੇ, ਜੋ ਹੁਕਮ ਆ ਰਿਹਾ ਹੈ ਅਕਾਲ ਪੁਰਖ ਵੱਲੋਂ ਉਹ ਅਸੀਂ ਉਚਾਰ ਰਹੇ ਹਾਂ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਕੇਵਲ ਧੁਰ ਕੀ ਬਾਣੀ ਹੈ, ਔਰ ਧੁਰ ਨਾਮ ਅਕਾਲ ਪੁਰਖ ਦਾ ਹੈ, ਧੁਰ ਨਾਮ ਸੱਚਖੰਡ ਦਾ ਹੈ। ਸੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਕੀ ਪਹਿਲੀਆਂ ਬਾਣੀਆਂ ਵਿੱਚ ਸਤਿਕਾਰਯੋਗ ਹਨ, ਪਰ ਉਹਨਾਂ ਬਾਰੇ ਬਚਨ ਹਨ। ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦਾ ਵਸੈ ਕੌਣ ਹਿਰੈ ਅਭਿਮਾਨ। वेद कितेब इफ्तरा भाई दिल का फिक्र न जाए, टुक दम करारी जाओ करो हाजिर हजूर खुदाए। वो जिहड़ियां पिछलियां बाणियां सन वो सारियां वास्ते सांझियां नहीं सन, वो एक खूह दे जल दी न्याई सन। सतगुरु तीसरे पातशाह दे उपर भी पंडितां ने शंका कीती सी कि जदों पुराणियां बाणियां हैगियां साडे पास, शास्त्र सिमरत पुराणी आदि पुराणां दियां, ये तुसीं नवीं बाणी क्यों उचारण कीती, इहदा फायदा की? तुहाडी बाणी सो वेदां दे अनुसार है कि विरुद्ध है? हजूर सच्चे पातशाह ने कहा कि ना वेदां दे अनुसार ते ना वेदां दे विरुद्ध। वेदां दे अनुसार इस करके नहीं क्योंकि वेदां विच केवल कर्म कांड का कथन बहुता है, तिन्नां गुणां नूं कथन करन वाली वेद बाणी है। कर्म उपासना ते ज्ञान नूं, वो ज्ञान भी नाना प्रकार का है। इस वास्ते गुरु की बाणी कर्म उपासना ज्ञान तक ही केवल महदूद नहीं, इस वास्ते वेदां दे अनुसार नहीं। ते वेदां दे विरुद्ध क्यों नहीं कहते? वेद भी इक्के दा कथन करते हैं, गुरु की बाणी भी इक्को दा कथन करती है। सो जिथे एक दा कथन करने वाले महावाक हैं वेदां विच, उत्थे अनुसार है, दूजी थावां ते नहीं। इस वास्ते ना वेदां दे अनुसार ते ना वेदां दे विरुद्ध गुरु की बाणी सुतंत्र है। फिर कहते जी इस दी रचन की लोड़ की पई? सतगुरु तीसरे पातशाह जी ने बचन कीते, जैसी धरती उपर मेघला बरसत है, क्या धरती मध्य पानी नाही, जैसे धरती मध्य पानी प्रगासिया, विण पग्गा वरसत फिराही, बाबा तू ऐसे भरम चुका है। हजूर सच्चे पातशाह कहने लगे ठीक है, जिहड़ी बाणी तुसीं कहंदे हो उन्हां विच भी ज्ञान है, पर उस ज्ञान नूं प्राप्त करना कठिन बड़ा भारी है। हजूर सच्चे पातशाह कहते जैसी धरती उपर मेघला बरसत है, क्या धरती मध्य पानी नाही? धरती ते किते भी जाइए उहदे थल्ले पानी जरूर है। ये वक्री गल है, किते उच्चा है, किते डूंगा है, किते होर नीवा है, किते होर नीवा है, किते कौड़ा भी निकल सकता है, किते मिठा निकल सकता, पर है जरूर। बठिंडे की धरती विच परे बीकानेर वाल भी पानी जरूर है, भावें डूंगा है, पर वो थल्ले पानी दे हुंदियां होयां उपर जिहड़ा पानी है उस दे भी हुंदियां होयां जदों तक मींह नहीं पैंदा तदों तक खेतियां सरसब्ज ते चंगियां ठीक नहीं रह सकदियां। मींह ना पवे तां खूहां दा पानी भी कौड़ा हो जाता है, नदियां नालियां दा पानी भी खराब हो जाता है, बल्कि नदियां नाले चलणगे कित्थों जदों मींह पिया ही ना। इस वास्ते बरखा दे रुੱਤ ਦੀ बड़ी भारी ਜ਼ਰੂਰਤ है। पानी धरती दे विच हुंदियां होइआं भी जिवें मींह ਦੀ ਜ਼ਰੂਰਤ है, इसे तरह वेदां शास्त्रां दा ज्ञान हुंदियां होइआं भी फिर भी गुरु की बाणी की बड़ी भारी ਜ਼ਰੂਰਤ सी। कहंदे जी कारण की दसो? हजूर कहण लगे जिवें बठिंडे की धरती विचों पानी पटना चाहिए, कढ़ना चाहिए, बड़ा औखा है। इसे तरह जिहड़ी वेद विद्या है ਇਹਦਾ पढ़ना बड़ा भारी कठिन। पहला 12 सालां विच ज्योतिष पिंगल व्याकरण सो सिक्ख्या कल्प ते निरुक्त, ये खट अंग पहला 6 अंग वेद के 12 सालों में कोई पढ़े, फिर किते वेद के पढ़न का अधिकारी बन सकता है, फिर किते विद्यार्थी बन सकता है। केवल 12 साल फिर विद्या पढ़े, फिर उन्होंने अपनी देश बोली भुल जाएगी, उही बोली केवल चेते रह जाएगी। फिर उन्होंने देश बोली जे व्याख्या करके समझाने का यत्न करेगा तो समझा नहीं सकेगा। इस वास्ते वेद विद्या पढ़नी इन्नी कठिन है जिवें बीकानेर की धरती दे विच खूह पट के थल्लियों कोई पानी कढ़ना है, ये बड़ा भारी औखा ते मुश्किल है।
फिर जे कोई खूह कढ़ भी लेंदा है उस खूह ते अपना कब्जा कर लेंदा है। वो कहता मैं दूसरे नूं पानी नहीं देना। ये कोई एक अद्धा मिनट तरला करे किसी कदे दा कोई क्यारा दो क्यारे भावें कोई सिंज देवे नहीं तो नहीं। इसे तरह पंडितो जिहड़ी वेद विद्या सी तुहाडी तुसीं कब्जा ही इहदे ते आप कर लिया। तुसीं कहा कि केवल इनू ब्राह्मण ही पढ़ सकते हैं, होर किसी नूं पढ़न दा अधिकार नहीं। छतरी केवल सुन सकता है, बैस ते शूद्र नूं कोई अधिकार नहीं कि वह वेद विद्या पढ़ सके। इस वास्ते तुहाडे जिहड़ी ये वेद विद्या सी केवल खूह दे पानी दी नहीं आई, वो भी बड़ी भारी कठिन प्राप्त होने वाली, बाकियां नूं तुसीं अधिकार ही ना रहन दिता। जो ये तुरकी बाणी उचार रहे हैं, हजूर कहन लगे कन गरजित गोबिंद रूप, सतगुरु नानक साहब जी बदल रूप हो करके वरे और गरज गरज के कीर्तन दियां गरजां पाईयां। जिवें बदल दा जिहड़ा मींह है ਉਹਦਾ हरेक नूं अधिकार है, ਉਹ राजे दे महलों ते भी पैंदा, ਉਹ गरीबां दी कखां दी कुल्ली ते भी पैंदा है, ਉਹ ਮਾੜਿਆਂ ਥਾਵਾਂ ਤੇ ਵੀ ਪੈਂਦਾ, ਉਹ ਚੰਗੀਆਂ ਥਾਵਾਂ ਤੇ ਵੀ ਪੈਂਦਾ, ਉਹ ਉੱਚੀਆਂ ਥਾਵਾਂ ਤੇ ਵੀ ਪੈਂਦਾ, ਉਹ ਨੀਵੀਆਂ ਥਾਵਾਂ ਤੇ ਵੀ ਪੈਂਦਾ ਹੈ, ਉਹ ਸਰੋਵਰਾਂ ਤੇ ਸਮੁੰਦਰਾਂ ਵਿੱਚ ਵੀ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਬਦਲ ਰੂਪ ਹੋ ਕਰਕੇ ਗਰਜੇ। ਸੋ ਰਾਜਿਆਂ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਭਾਈ ਲਾਲੋ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਤੇ ਮਾੜਿਆਂ ਥਾਵਾਂ ਦੀ ਨਿਆਈ ਸੱਜਣ ਠੱਗ ਤੇ ਵੀ ਕਿਰਪਾ ਕੀਤੀ, ਕੌਡੇ ਰਾਖਸ਼ ਤੇ ਵੀ ਮਿਹਰ ਕੀਤੀ। ਜਿਹੜੇ ਉੱਚੇ ਚੰਗੇ ਜੀਵਨ ਵਾਲੇ ਭਾਈ ਭਗੀਰਥ ਤੇ ਸਧਾਰਨ ਵਰਗੇ ਸਨ ਉਹਨਾਂ ਤੇ ਵੀ ਆਪ ਜੀ ਨੇ ਮਿਹਰ ਕੀਤੀ। ਉੱਚੇ ਉੱਚੇ ਟਿੱਬਿਆਂ ਤੇ ਚੜੇ ਹੋਏ ਜਿਹੜੇ ਵਲੀ ਕੰਧਾਰੀ ਵਰਗੇ ਹੰਕਾਰ ਦੇ ਭਰੇ ਹੋਏ ਉਹਨਾਂ ਤੇ ਵੀ ਮਿਹਰ ਕੀਤੀ, ਤੇ ਨਿਮਰਤਾ ਦੇ ਸਰੋਵਰ ਜਿਹੜੇ ਬਣੇ ਬੈਠੇ ਸਨ ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਜਿਹੜੇ ਗਿਆਨ ਦੇ ਨਦੀਆਂ ਤੇ ਨਾਲੇ ਕਹਾਉਂਦੇ ਸਨ ਵੱਡੇ ਵੱਡੇ ਪੰਡਤ, ਸੋ ਕਾਂਸ਼ੀ ਵਿੱਚ ਜਾ ਕੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਔਰ ਮੱਕੇ ਤੇ ਮਦੀਨੇ ਵਿੱਚ ਪਹੁੰਚ ਕਰਕੇ ਜਿਹੜੇ ਆਪਣੇ ਆਪ ਨੂੰ ਸਮੁੰਦਰ ਕਹਾਉਂਦੇ ਸਨ, ਅਸੀਂ ਗਿਆਨ ਦੇ ਸਮੁੰਦਰ ਹਾਂ, ਉਹਨਾਂ ਤੇ ਵੀ ਬਖਸ਼ਿਸ਼ ਕੀਤੀ, ਉਹਨਾਂ ਦਾ ਖਾਰਾ ਪੁਣਾ ਵੀ ਚੱਕਿਆ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਅਧਿਕਾਰ ਜਿੱਥੇ ਰਾਜਿਆਂ ਨੂੰ ਹੈ ਉੱਥੇ ਗਰੀਬਾਂ ਨੂੰ ਵੀ ਹੈ, ਜਿੱਥੇ ਬ੍ਰਾਹਮਣਾਂ ਨੂੰ ਹੈ ਉੱਥੇ ਛਤਰੀਆਂ ਨੂੰ ਵੀ ਹੈ, ਉੱਥੇ ਵੈਸਾਂ ਨੂੰ ਤੇ ਉੱਥੇ ਸ਼ੂਦਰਾਂ ਨੂੰ ਵੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਹਰਵਾਲ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। हे पंडित लोगों, तुहाडे दुआले शुआले मंदिरों में कोई मुसलमान आ सकता है? कहते जी बिल्कुल नहीं। कोई शूदर आ सकता? कहते नहीं। कहते तुहाडियां घर वालियां आ सकदियां? कहते जी कोई हक नहीं। हजूर सच्चे पातशाह कहने लगे गुरु का ऐसा दरबार है, किसी देश का, किसी कौम का, किसी जाति का, किसी उम्र का, किसी भी मौके पर आवे, कबीर जे दर आवत जात्यों हटका ना ही कोय, सो दर कैसे छोड़िया जो दर ऐसा होए। और हरेक नूं गुरु की बाणी का पूरा अधिकार है और माइयां नूं पूरा अधिकार दिता गया है। सो क्यों मंदा आखियां जित जम्मै राजान, चौं जुगां कहून निबेड़ा, नर मनुखा नो एक निधाना। इस्त्रियां ते पुरुषां नूं इको ही साझा खजाना सतगुरु जी ने कृपा करके दिता है। इस वास्ते वेद बाणी, पुराण बाणी, कुरान बाणी, सिमरतियां दी बाणी, सारी बाणी हुंदियां सुनदियां तो भी तुरकी बाणी दी अत्यंत लोड़ सी। तुरकी बाणी बिना सारी नहीं सी सकदा। तुरकी बाणी दे आउण करके ही बाकी दियां में सुशोभित हन, नहीं तां नहीं। इस वास्ते धन गुरु नानक साहब सच्चे पातशाह जी ने दसां ही स्वरूपां दे विच किरपा करके ये तुरकी बाणी आप जी ने उचारण की और थावां थावां ते विचर करके अपने हाथ विच रबाब लैके धन गुरु नानक साहब जी ने बाबे तारे चार चक, नौ खंड पृथ्वी सच्चा ढोआ, गुरमुख काल विच प्रगट होआ। मुखी गुरु जी कलयुग दे विच गरीब नवाज सच्चे पातशाह जी प्रगट होए। आप जी ने मेहर की और सारे शंके निवृत्त किए, सारिਆਂ ਨੂੰ ठंड वरताई। गरीब नवाज सच्चे पातशाह जी ने मेहर की और बचन किते कि कलयुग में कीर्तन प्रधाना, गुरमुख जपिया लाए ध्याना। कलयुग दे विच गुरु की बाणी का कीर्तन प्रधान साधन है परमेश्वर की प्राप्ति का। बाकी कर्म धर्म पाखंड जो दिसै, तिन जम जागाती लूटै, निर्वाण कीर्तन गावो करते का, निमख सिमरत जित छूटै। जिहड़ा कीर्तन है खालसा जी, ये ऐसी गुरु की दात है जिमें हड़ का मीह पवे, बड़ा भारी जोर का मीह पवे, वो जिन्ना कख कान, जिन्ना गंद पिल गलियां में होवे सब वो हूंज कूच के साफ कर दिंदा है। इस तरह गुरु की बाणी का जिहड़ा हल्ले का कीर्तन है, हिरदे विच जिन्ने माड़े संस्कार, माड़े फुरने, विषय विकार ते औगण पाप सारिਆਂ ਨੂੰ धू के, सो सारिਆਂ ਨੂੰ रोड़ के ले जाके साफ करन नूं ये समर्थ है। सो गरीब नवाज सच्चे पातशाह महाराज साहब ने बख्शिश की, जिथे कीर्तन की दात दी उत्थे गुरु की बाणी की विचार भी आप जी ने कृपा करके बख्शी है। हजूर दे बचन हन, बाणी बिरलो विचार सी, जे को गुरमुख होए
ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਮਹਾਂਪੁਰਖ ਅਕਾਲ ਪੁਰਖ ਦਾ ਇੱਥੇ ਨਾਮ ਹੈ। ਕਿਤੇ ਮਹਾਂਪੁਰਖਨ ਸਤਿਗੁਰਾਂ ਦਾ ਵਾਚਕ ਹੈ। ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕੋ, ਉੱਥੇ ਸਾਰੇ ਸਤਿਗੁਰਾਂ ਦਾ ਵਾਚਕ ਹੈ। ਮਹਾਂਪੁਰਖ ਅਕਾਲ ਪੁਰਖ ਦਾ ਵਾਚਕ ਹੈ। ਇਹ ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਸਤਿਗੁਰਾਂ ਦੀ ਰਸਨਾ ਦੁਆਰਾ ਸੰਸਾਰ ਵਿੱਚ ਆ ਕੇ ਪ੍ਰਗਟ ਹੋਈ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉੱਥੇ ਨਾਲ ਨਾਲ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦੀ ਵੀ ਮਹਾਨਤਾ ਆਪ ਜੀ ਨੇ ਫਰਮਾਈ ਹੈ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਗੁਰੂ ਕੀ ਬਾਣੀ ਦੀ ਵਿਚਾਰ, ਗੁਰੂ ਕੀ ਬਾਣੀ ਦੇ ਅਰਥ, ਗੁਰੂ ਕੀ ਬਾਣੀ ਦੀ ਕਥਾ, ਇਹ ਵੀ ਅਤਿਅੰਤ ਜ਼ਰੂਰੀ ਹੈ। ਕਥਾ ਤੇ ਕੀਰਤਨ ਦਾ ਬੜਾ ਭਾਰੀ ਸੰਬੰਧ ਹੈ। ਸੋ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਆਪਾਂ ਕੀਰਤਨ ਰਾਤ ਵੀ ਕੱਲ ਵੀ ਅੰਮ੍ਰਿਤ ਵੇਲੇ ਵੀ ਸਰਵਣ ਕੀਤਾ ਹੈ। ਅੱਜ ਸੀ ਰਾਮ ਰੰਗ ਕਦੇ ਉਤਰ ਨਾ ਜਾਏ, ਇਹ ਪ੍ਰਕਰਨ ਸੀ। ਤੇ ਰਾਤੀ ਸੀ ਗੁਰਸਿੱਖ ਦਾ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਸੀ ਮਾਧੋ ਤੁਮਨ ਤੋਰੋ ਤੁਮਨ, ਤੁਮਨ ਤੋਰੋ ਤੋ ਹਮ ਨਹੀਂ ਤੋਰੈ। ਤੁਮ ਨਾ ਤੋਰੋ ਨਹੀਂ, ਜੇ ਤੁਸੀਂ ਨਾ ਤੋੜੋਗੇ ਤੇ ਅਸੀਂ ਨਹੀਂ ਤੋੜਦੇ, ਤੇ ਜੇ ਤੁਸੀਂ ਤੋੜ ਜਾਓਗੇ ਤੇ ਅਸੀਂ ਤੋੜ ਦਿਆਂਗੇ। ਤੁਹਾਡਾ ਤਾਂ ਸਰ ਜਾਣਾ ਸਹੀਆਂ ਤਉ ਅਸੰਖ ਮੰਨੋ ਹੱਬ ਵਧਾਣੀਆਂ। ਤੁਸੀਂ ਤਾਂ ਸਾਡੇ ਨਾਲ ਨਾ ਪਿਆਰ ਕਰੋਗੇ, ਤੁਹਾਡੇ ਵਾਸਤੇ ਤਾਂ ਹੋਰ ਬੇਅੰਤ ਗੁਰਸਿੱਖ ਸੰਤ ਭਗਤ ਮਹਾਤਮਾ, ਪਰ ਸਾਡਾ ਤੁਹਾਡੇ ਬਿਨਾਂ ਨਹੀਂ ਸਰਨਾ। ਮਾਧੋ ਤੁਮਨ ਤੋਰੋ ਤਉ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸਿੰਘ ਜੋਰੈ। ਤੁਹਾਡੇ ਨਾਲੋਂ ਤੋੜ ਕੇ ਅਸੀਂ ਕਿਹਦੇ ਨਾਲ ਜੋੜੀਏ ਸੱਚੇ ਪਾਤਸ਼ਾਹ। ਸੋ ਇਹ ਪ੍ਰਕਰਨ ਕਿਆ ਸੋਹਣੇ ਕੀਰਤਨ ਦੁਆਰਾ ਗੁਰਮੁਖ ਪਿਆਰਿਆਂ ਨੇ ਇੰਨੇ ਦ੍ਰਿਸ਼ਟਾਂਤ ਤੇ ਪ੍ਰਮਾਣ ਜਿਵੇਂ ਮੀਂਹ ਪੈਂਦਾ ਹੈ। ਸੋ ਇਸ ਪ੍ਰਕਾਰ ਸੋਹਣੇ ਪ੍ਰਕਰਨ ਆਪਾਂ ਨੂੰ ਇਹ ਤਿੰਨੇ ਸੁਣਾਏ, ਕੀਰਤਨ ਦੁਆਰਾ ਸਾਨੂੰ ਨਿਹਾਲ ਕੀਤਾ। ਪਰ ਜੇ ਕਿਸੇ ਪੰਕਤੀ ਦੇ ਅਰਥ ਕੀਰਤਨ ਦੁਆਰਾ ਚੰਗੀ ਤਰ੍ਹਾਂ ਨਾ ਸਾਨੂੰ ਸਪਸ਼ਟ ਹੋਣ ਤਾਂ ਉਸ ਦੇ ਵਾਸਤੇ ਮਹਾਰਾਜ ਸਾਹਿਬ ਨੇ ਕਥਾ ਬਣਾ ਦਿੱਤੀ ਹੈ। ਕਥਾ ਜਿਹੜੀ ਹੈ ਇਹ ਜਿਵੇਂ ਥਿਮ ਥਿਮ ਕੇ ਝੜੀ ਦਾ ਮੀਂਹ ਪਵੇ, ਸੋ ਇਸ ਤਰ੍ਹਾਂ ਦੀ ਹੈ। ਜਿੰਨੀਆਂ ਵੀ ਬੂੰਦਾਂ ਪੈਣ ਉਹ ਧਰਤੀ ਦੇ ਵਿੱਚ ਸਮਾਉਂਦੀਆਂ ਜਾਂਦੀਆਂ ਹਨ, ਉਹ ਬਾਹਰ ਡੁੱਲਦੀਆਂ ਨਹੀਂ। ਕਈ ਵਾਰੀ ਜੇ ਬਹੁਤਾ ਮੀਂਹ ਪਵੇ ਤਾਂ ਵੱਟਾਂ ਤੋੜ ਕੇ ਖੇਤ ਖਾਲੀ ਵੀ ਹੋ ਜਾਂਦੇ ਨੇ, ਪਰ ਜਿਹੜਾ ਝੜੀ ਦਾ ਮੀਂਹ ਹੈ ਵਰਿਆ ਹੋਇਆ ਉਹ ਜ਼ਰੂਰ ਵਿੱਚ ਹੀ ਪਾਣੀ ਜਜ਼ਬ ਹੁੰਦਾ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਜਿਹੜੀ ਇਹ ਕਥਾ ਕਿਰਪਾ ਕਰਕੇ ਆਰੰਭ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਝੜੀ ਦਾ ਮੀਂਹ ਕਿਰਪਾ ਕਰਕੇ ਬਖਸ਼ਿਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਰ ਕਥਾ ਕਥਾ ਹੋਵੇ, ਸੋ ਇੱਕ ਕਥਾ ਹੁੰਦੀ ਹੈ, ਇੱਕ ਜਥਾ ਹੁੰਦੀ ਹੈ, ਇੱਕ ਤਥਾ ਹੁੰਦੀ ਹੈ। ਸੋ ਕਥਾ ਉਹ ਹੈ, ਕਥਾ ਦੇ ਅਖਰੀ ਅਰਥ ਹਨ। ਕੈ ਨਾਮ ਹੈ ਸੁਖ ਸਰੂਪ ਦਾ, ਥਾ ਨਾਮ ਹੈ ਥਾਂ ਦਾ। ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਹੋਵੇ ਉਹਦਾ ਨਾਮ ਹੈ ਕਥਾ। ਸੋ ਸਭ ਤੇ ਉੱਤਮ ਹਰ ਕੀ ਕਥਾ, ਰਾਜਿਆਂ ਦੀ ਕਥਾ ਵੀ ਆਉਂਦੀ ਹੈ, ਹੋਰ ਅਨੇਕ ਪ੍ਰਕਾਰ ਦੇ ਝਗੜਿਆਂ ਦੀ ਕਥਾ ਵੀ ਆਉਂਦੀ ਹੈ। ਇਹਨਾਂ ਸਾਰੀਆਂ ਕਥਾ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਉੱਤਮ ਹੈ। ਨਿਰਗੁਣ ਕਥਾ, ਕਥਾ ਹੈ ਹਰ ਕੀ। ਸੋ ਹਰੀ ਪਰਮੇਸ਼ਰ ਨਿਰਗੁਣ ਸਰੂਪ ਦੀ ਜਿਹੜੀ ਕਥਾ ਹੈ, ਬਾਕੀ ਕਥਾ ਵਿੱਚੋਂ ਇਹ ਉੱਤਮ ਹੈ। ਸੋ ਜਥਾ ਹੁੰਦੀ ਹੈ, ਜਿਹੋ ਜਿਹਾ ਮਾਹੌਲ ਵੇਖਿਆ ਉਹੋ ਜਿਹੀ ਗੱਲਾਂ ਬਾਤਾਂ ਕਰੀ ਗਏ। ਉਹ ਜਿਹੜੇ ਬੈਠੇ ਨੇ ਉਹਨਾਂ ਨੂੰ ਕੇਵਲ ਪ੍ਰਸੰਨ ਕਰਨ ਵਾਸਤੇ ਉਹੋ ਜਿਹੀ ਗੱਲ ਕਰੀ ਜਾਣੀ, ਉਹਦਾ ਨਾਮ ਹੈ ਜਥਾ। ਤੇ ਤਥਾ ਹੁੰਦੀ ਹੈ, ਜਿਹੋ ਜਿਹਾ ਕਿਸੇ ਨੇ ਪ੍ਰੇਰਨਾ ਕੀਤੀ ਇਹੋ ਜਿਹੀ ਗੱਲ ਬੋਲ, ਜਾਂ ਜਿਹੋ ਜਿਹਾ ਅਗਲਾ ਬੋਲ ਕੇ ਗਿਆ ਉਸੇ ਤਰ੍ਹਾਂ ਦੀ ਗੱਲ ਸੁਣਾਇਆ, ਜਿਹੜੀ ਉਹ ਹੁੰਦੀ ਹੈ ਤਥਾ। ਕਥਾ ਸਭ ਤੋਂ ਉੱਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਇਹ ਕਥਾ ਵੀ ਉਹ ਹੋਵੇ ਜਿਹੜੀ ਨਿਰਗੁਣ ਕਥਾ, ਕਥਾ ਹੈ ਹਰ ਕੀ। ਗੁਰੂ ਕੀ ਕਥਾ ਦੇ ਵਿੱਚ ਕੋਈ ਕਿਸੇ ਪ੍ਰਕਾਰ ਕਿਸੇ ਤੇ ਕਿੰਤੂ, ਬਿਨਾਂ ਕਾਰਨ ਤੋਂ ਝਗੜਾ ਜਾਂ ਘਰੇਲੂ ਗੱਲਾਂ ਜਾਂ ਹੋਰ ਕੋਈ ਕਿਸੇ ਪ੍ਰਕਾਰ ਦੀਆਂ ਗੱਲਾਂ ਨਹੀਂ। ਗੁਰੂ ਕੀ ਕਥਾ ਵਿੱਚ ਕੇਵਲ ਪਰਮੇਸ਼ਰ ਦੇ ਚਰਨਾਂ 'ਚ ਜੁੜਿਆ ਕਿਵੇਂ ਜਾਵੇ, ਸਾਡੇ ਵਿਕਾਰ ਕਿਵੇਂ ਮਿਟਣ, ਸਾਡਾ ਮਨ ਇਕਾਗਰ ਕਿਵੇਂ ਹੋਵੇ, ਗੁਰੂ ਕੀ ਕਿਰਪਾ ਦੇ ਪਾਤਰ ਕਿਵੇਂ ਬਣੀਏ। ਕਥਾ ਦੇ 6 ਅੰਗ ਹੁੰਦੇ ਹਨ ਗੁਰੂ ਕੇ ਪਿਆਰਿਓ, ਕਿਉਂਕਿ ਅੱਜ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਮੱਧ ਵਿੱਚ ਆਈ ਹੈ। ਆਰੰਭ ਵਿੱਚ, ਮੱਧ ਵਿੱਚ ਤੇ ਸਮਾਪਤੀ ਤੇ ਇੰਨੀਆਂ ਬੇਨਤੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਸੋ ਇਹ ਕਥਾ ਦੇ 6 ਅੰਗ ਹੁੰਦੇ ਹਨ। ਇੱਕ ਤਾਂ ਪਹਿਲਾਂ ਸਭ ਤੋਂ ਆਰੰਭ ਦੇ ਵਿੱਚ ਅੱਖਰ ਦਾ ਸੁੱਧ ਉਚਾਰਨ। ਜੇ ਪਾਠ ਹੀ ਨਹੀਂ ਪਹਿਲਾਂ ਸਾਨੂੰ ਸੁੱਧ ਕਰਨਾ ਆਉਂਦਾ, ਸੋ ਤੇ ਫਿਰ ਅਸੀਂ ਉਹਦੇ ਅਰਥ ਕੀ ਸਿੱਖਾਂਗੇ। ਸੋ ਪਹਿਲਾਂ ਸੁੱਧ ਉਚਾਰਨ, ਸੁੱਧ ਉਚਾਰਨ ਤੋਂ ਬਾਅਦ ਫਿਰ ਉਹ ਅੱਖਰ ਦੀ ਵਿਉਤਪਤੀ, ਅੱਖਰ ਬਣਿਆ ਕਿੱਥੋਂ ਹੈ। ਜਿਵੇਂ ਗੁਰ ਅੱਖਰ ਹੈ, ਗੁਰ ਕਿੱਥੋਂ ਬਣਿਆ, ਦੀ ਧਾਤੂ ਕੀ ਹੈ, ਇਹਦੀ ਗਿਰ ਧਾਤੂ ਹੈ। ਗਿਰ ਨਿਗਲਣ ਵਾਲਾ, ਗਿਰ ਪਹਾੜ ਦੀ ਨਿਆਈ ਵੱਡਾ, ਗਿਰ ਬਾਣੀ। ਇਸ ਪ੍ਰਕਾਰ ਇਹ ਗਿਰ, ਇਹ ਧਾਤੂ ਤੋਂ ਗੁਰ ਅੱਖਰ ਬਣਿਆ। ਸੋ ਗੁਰੂ ਅੱਖਰ ਦੇ ਵਿੱਚ ਇਹ ਸਾਰੇ ਗੁਣ ਹਨਗੇ ਕਿ ਨਹੀਂ? ਸਾਰੇ ਗੁਣ ਹਨ। ਅਚਲ ਮੂਰਤ ਅਨਭਉ ਪ੍ਰਕਾਸ਼। ਗਿਰ ਪਹਾੜ ਜਿਵੇਂ ਅਚਲ ਹੁੰਦਾ, ਹਿਲਦਾ ਨਹੀਂ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਅਚਲ ਹਨ, ਹਿੱਲਣ ਵਾਲੇ ਨਹੀਂ।
ਗਿਰ ਨਾਮ ਬਾਣੀ ਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਰ ਨਾਮ ਹੈ ਨਿਗਲਣ ਦਾ, ਖਾ ਜਾਣ ਦਾ, ਮੇਟ ਦੇਣ ਦਾ। ਸਤਿਗੁਰੂ ਸੱਚੇ ਪਾਤਸ਼ਾਹ ਵੀ ਗੁਰਸਿੱਖਾਂ ਦੇ ਔਗਣ ਪਾਪਾਂ ਨੂੰ ਮੇਟ ਦਿੰਦੇ ਹਨ ਕਿ ਨਹੀਂ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅੱਗੇ ਫਰਮਾਉਂਦੇ ਹਨ, ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਰ ਸਭ ਪਰਵਾਰਿਆ। ਇਸ ਵਾਸਤੇ ਗਿਰਤਾ ਤੁਤ ਬਣਿਆ ਹੋਇਆ ਗੁਰ ਅੱਖਰ ਇਹ ਸੁੱਧ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਠੀਕ ਇਹ ਟੁਕਦਾ ਹੈ। ਇਸ ਵਾਸਤੇ ਅੱਖਰ ਦੀ ਵਿਤਪਤੀ ਕਿ ਅੱਖਰ ਬਣਿਆ ਕਿੱਥੋਂ ਹੈ, ਫਿਰ ਅੱਖਰਾਂ ਦਾ ਜੋੜ, ਫਿਰ ਇਸੇ ਤਰ੍ਹਾਂ ਅੱਖਰਾਂ ਦੇ ਅਰਥ, ਸੋ ਫਿਰ ਉਹਨਾਂ ਦੀ ਅੱਗੇ ਵਿਆਖਿਆ ਕਰਨੀ, ਸੋ ਫਿਰ ਇਹਨਾਂ ਦੇ ਨਾਲ ਵਿੱਚ ਦ੍ਰਿਸ਼ਟਾਂਤ ਤੇ ਪ੍ਰਮਾਣ ਤੇ ਸਾਖੀਆਂ ਨਾਲ ਜੋੜਨੀਆਂ। ਜਦੋਂ ਤੱਕ ਦ੍ਰਿਸ਼ਟਾਂਤ ਨਹੀਂ, ਜਦੋਂ ਤੱਕ ਪ੍ਰਮਾਣ ਨਹੀਂ, ਜਦੋਂ ਤੱਕ ਸਾਖੀਆਂ ਨਹੀਂ, ਜਦੋਂ ਤੱਕ ਉਦਾਹਰਣ ਨਹੀਂ, ਤਦੋਂ ਤੱਕ ਜਿਵੇਂ ਰਾਤ ਮਸਕੀਨ ਜੀ ਫਰਮਾ ਰਹੇ ਸਨ ਕਿ ਲੂਣ ਤੋਂ ਬਿਨਾਂ ਜਿੰਨੀ ਮਰਜ਼ੀ ਭਾਜੀ ਸਵਾਦਰੀ ਬਣਾਉਣੀ ਚਾਹੀਏ, ਉਹਦਾ ਰਸ ਨਹੀਂ ਬਣਦਾ। ਇਸੇ ਤਰ੍ਹਾਂ ਦ੍ਰਿਸ਼ਟਾਂਤ ਤੇ ਪ੍ਰਮਾਣ ਤੇ ਸਾਖੀਆਂ ਤੇ ਉਦਾਹਰਣ ਇਹ ਨਾਲ ਬੜੇ ਭਾਰੇ ਜ਼ਰੂਰੀ ਹਨ। ਸੋ ਫਿਰ ਨਾਲ ਸੱਚ ਬੋਲਿਆ ਜਾਵੇ, ਮਿੱਥਿਆ ਚੀਜ਼ ਨਾ ਕੋਈ ਦੱਸੀ ਜਾਵੇ, ਮੂੰਹ ਪੋਚਵੀਂ ਗੱਲ ਨਾ ਹੋਵੇ। ਫਿਰ ਨਾਲ ਨਾਲ ਗੁਰੂ ਕੇ ਇਤਿਹਾਸ ਦੇ ਵਿੱਚੋਂ ਜੋ ਅਸਲ ਇਤਿਹਾਸ ਹੈ ਉਹ ਨਾਲ ਨਾਲ ਬਿਆਨਿਆ ਜਾਵੇ, ਜਿਸ ਦੇ ਵਿੱਚ ਸਰਦਾ ਹੋਵੇ, ਭਾਵਨਾ ਹੋਵੇ, ਪ੍ਰੇਮ ਹੋਵੇ, ਤੇ ਸੁਣਾਉਣ ਵਾਲੇ ਦੇ ਮਨ ਅੰਦਰ ਨਿਮਰਤਾ ਤੇ ਗਰੀਬੀ ਹੋਵੇ। ਫਿਰ ਖਾਲਸਾ ਜੀ ਇੰਨੇ ਕਿਤੇ ਰਸ ਇਕੱਠੇ ਹੋਣ ਤਾਂ ਫਿਰ ਤੁਰ ਕੀ ਬਾਣੀ ਦੀ ਅੰਮ੍ਰਿਤ ਰੂਪ ਕਥਾ ਬਣਦੀ ਹੈ। ਇਸ ਵਾਸਤੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਜੀ ਇਹ ਸਾਰੇ ਰਸ ਕਿਰਪਾ ਕਰਕੇ ਬਖਸ਼ੋ, ਇਹ ਸਾਰੀਆਂ ਹੀ ਦਾਤਾਂ ਕਿਰਪਾ ਕਰਕੇ ਬਖਸ਼ੋ, ਫਿਰ ਕਿਤੇ ਤੁਹਾਡੀ ਅੰਮ੍ਰਿਤ ਰੂਪ ਕਥਾ ਹੋ ਸਕੇ। ਇਹ ਕਥਾ ਦੀ ਟਕਸਾਲ ਚੱਲੀ ਕਿੱਥੋਂ? ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਬੰਗਲੇ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਭਜਨ ਵਿੱਚ ਲੀਨ ਹਨ। ਸੋ ਉਸ ਮੌਕੇ ਤੇ ਇੱਕ ਸਿੰਘ ਬਾਣੀ ਪੜ੍ਹ ਰਿਹਾ ਸੀ। ਪੁਰਾਤਨ ਗੁਰੂ ਕੇ ਸਿੰਘਾਂ ਨੂੰ ਬਾਣੀਆਂ ਕੰਠ ਹੋਇਆ ਕਰਦੀਆਂ ਸਨ। ਅੱਜ ਕੱਲ੍ਹ ਵਰਗਾ ਸੁਖਾਲਾ ਤਰੀਕਾ ਨਹੀਂ ਸੀ ਕਿ ਕੀਰਤਨ ਕਰਨ ਲੱਗਿਆਂ ਵੀ ਅਸੀਂ ਪੋਥੀ ਅੱਗੇ ਰੱਖ ਲਵਾਂਗੇ ਅੰਮ੍ਰਿਤ ਕੀਰਤਨ, ਉਹਦੇ ਤੋਂ ਪੜ੍ਹ ਪੜ੍ਹ ਕੇ ਅਸੀਂ ਸੁਣਾਈ ਜਾਵਾਂਗੇ, ਬਿਲਕੁਲ ਨਹੀਂ। ਸੋ ਉਸ ਮੌਕੇ ਤੇ ਬਾਣੀਆਂ ਕੰਠ ਸਨ, ਔਰ ਇਹ ਚੰਗੀ ਆਦਤ ਹੈ ਕਿ ਬਾਣੀ ਕੰਠ ਹੋਵੇ। ਸੋ ਜੇ ਕੇਵਲ ਅਸੀਂ ਪੜ੍ਹ ਕੇ ਹੀ ਸੁਣਾਉਣੀ ਹੈ, ਤੇ ਜੇ ਕਿਤੇ ਬਿਜਲੀ ਬੰਦ ਹੋ ਗਈ, ਜੇ ਹਨੇਰਾ ਹੋ ਗਿਆ, ਤਾਂ ਉੱਥੇ ਫਿਰ ਕੀ ਕਰਾਂਗੇ? ਫਿਰ ਵਾਜੇ ਸੰਤੋਖ ਦਿਆਂਗੇ? ਬਿਲਕੁਲ ਨਹੀਂ। ਪੁਰਾਤਨ ਗੁਰਸਿੱਖਾਂ ਦਾ ਇਹ ਬੋਲਾ ਸੀ ਆਮ ਕਿ ਬਾਣੀ ਕੰਠ ਤੇ ਪੈਸਾ ਗੰਠ। ਸੋ ਗੁਰੂ ਕੇ ਬਾਣੀ ਬਹੁਤੀ ਬਾਣੀ ਨਿਤਨੇਮ ਇਹ ਕੰਠ ਕਰਿਆ ਕਰਦੇ। ਗੁਰੂ ਕੇ ਸਿੱਖ ਨੂੰ 5 ਗ੍ਰੰਥੀ ਯਾਦ ਹੈ, ਉਹ ਬੜੀ ਮਿੱਠੀ ਆਵਾਜ਼ ਨਾਲ ਆਪਣੇ ਇੱਕ ਰਸ ਸੋ ਧੁਨੀ ਦੇ ਨਾਲ ਬਾਣੀ ਪੜ੍ਹ ਰਿਹਾ ਹੈ। ਦੱਖਣੀ ਓੰਕਾਰ ਵਿੱਚ ਪੰਕਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਇਹ ਗੁਰੂ ਕਾ ਸਿੱਖ ਪੜ੍ਹ ਗਿਆ ਕਿ ਜਾਣੈ ਗੁਰ ਸੂਰਾ, ਦੁਲਾਵਾਂ ਦੀ ਥਾਂ ਤੇ ਲਾਂ ਲਾਈ ਹੈ। ਹਜੂਰ ਸੱਚੇ ਪਾਤਸ਼ਾਹ ਸੁਣ ਰਹੇ ਨੇ। ਹਜੂਰ ਕਹਿਣਗੇ, ਸਿੰਘਾ ਬਾਣੀ ਗਲਤ ਪੜ੍ਹ ਰਹੇ ਹੈ, ਸੋਧ ਕੇ ਪੜ੍ਹ। ਸਿੰਘ ਨੇ ਨਹੀਂ ਸੁਣਿਆ, ਆਪਣੀ ਮਸਤੀ ਵਿੱਚ ਲੀਨ ਪੜ੍ਹੀ ਗਿਆ। ਦੂਸਰੀ ਵਾਰੀ ਆਵਾਜ਼ ਮਾਰੀ, ਨਹੀਂ ਸੁਣੀ। ਤੀਸਰੀ ਆਵਾਜ਼ ਵੀ ਨਹੀਂ ਸੁਣੀ। ਭਾਈ ਆਲਮ ਸਿੰਘ ਜਾਂ ਉਸ ਸਿੰਘ ਦੇ ਮੁਖ ਦੇ ਉੱਪਰ 2 ਚਾਟਾਂ ਲਾ ਦੇ, ਚਪੇੜਾਂ ਲਾ ਦੇ। ਉਹ ਬਾਣੀ ਗਲਤ ਪੜ੍ਹਦਾ ਹੈ। 2 ਚਪੇੜਾਂ ਵੱਜੀਆਂ। ਸਿੰਘ ਦੇ ਮਨ ਵਿੱਚ ਗੁੱਸਾ ਆਇਆ, ਪਰ ਬਾਣੀ ਪੜ੍ਹੀ ਗਿਆ। ਮਨ ਵਿੱਚ ਸੰਕਲਪ ਕੀਤਾ, ਅੱਛਾ ਮੈਂ ਦਸਮ ਪਾਤਸ਼ਾਹ ਦੇ ਪਾਸ ਬੇਨਤੀ ਕਰੂੰਗਾ, ਸ਼ਿਕਾਇਤ ਕਰੂੰਗਾ ਸਿੰਘ ਤੇ। ਬਾਣੀ ਪੜ੍ਹਦੇ ਨੂੰ ਚਪੇੜਾਂ ਮਾਰੀਆਂ। ਅੰਮ੍ਰਿਤ ਵੇਲੇ ਉੱਠ ਕੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਸਿੰਘ ਵੀ ਭਰਿਆ ਪੀਤਾ ਹਜੂਰ ਦੇ ਨੇੜੇ ਹੀ ਅੱਜ ਆ ਬੈਠਾ। ਇਹ ਪ੍ਰਸ਼ਨ ਕਰਨਾ ਚਾਹੁੰਦਾ ਸੀ ਕਿ ਅੰਤਰਜਾਮੀ ਸਤਿਗੁਰੂ ਜੀ ਨੇ ਆਪ ਹੀ ਪੁੱਛ ਲਿਆ, ਸਿੰਘਾ ਅੱਜ ਕਿਵੇਂ ਬੈਠਾ ਹੈ? ਹਜੂਰ ਸੱਚੇ ਪਾਤਸ਼ਾਹ ਮੇਰੇ ਅੰਦਰ ਬੜੇ ਭਾਰੀ ਇੱਕ ਸ਼ੰਕਾ ਹੈ, ਕਿਰਪਾ ਕਰਕੇ ਨਿਵਰਤ ਕਰੋ। ਤੁਹਾਡੀ ਬਾਣੀ ਪੜ੍ਹਦਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਜੇ ਮੂੰਹ ਤੇ ਚਪੇੜਾਂ ਵੱਜਣ ਤਾਂ ਇਹ ਧੁਰ ਕੀ ਬਾਣੀ ਜਮਦੂਤਾਂ ਤੋਂ ਕਿਵੇਂ ਬਚਾਵੇਗੀ? ਸਿੰਘ ਹਜੂਰ ਕਹਿਣਗੇ, ਸਿੰਘਾ ਕਾਰਨ ਕੀ? ਸੱਚੇ ਪਾਤਸ਼ਾਹ ਜੀ ਭਾਈ ਆਲਮ ਸਿੰਘ ਨੇ ਮੈਨੂੰ ਚਪੇੜਾਂ ਮਾਰੀਆਂ ਨੇ। ਸੋ ਸਿੰਘਾ ਉਹ ਅਸੀਂ ਕਹਿ ਕੇ ਚਪੇੜਾਂ ਮਰਵਾਈਆਂ ਨੇ। ਮਹਾਰਾਜ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਕੁੱਟਦੇ ਹੋ? ਨਹੀਂ, ਜਿਹੜਾ ਬਾਣੀ ਨੂੰ ਗਲਤ ਪੜ੍ਹੇ, ਜਿਹੜਾ ਸਾਡੇ ਅੰਗ ਮਰੋੜੇ ਤਰੋੜੇ, ਅਸੀਂ ਉਹਨੂੰ ਕੁੱਟਦੇ ਹਾਂ। ਜਿਹੜਾ ਸਾਡੇ ਅੰਗ ਹੀ ਭੰਨੀ ਜਾਵੇ ਉਹਨੂੰ ਥੋੜ੍ਹਾ ਜਿਹਾ ਸਾਵਧਾਨ ਕਰਦੇ ਹਾਂ ਕਿ ਸਾਡੇ ਅੰਗ ਨਾ ਭੰਨ ਤੋੜ, ਕੁਛ ਸਾਡੇ ਤੇ ਤਰਸ ਕਰ। ਮਹਾਰਾਜ ਮੈਂ ਕਿਹੜੇ ਤੁਹਾਡੇ ਅੰਗ ਭੰਨੇ? ਹਜੂਰ ਕਹਿਣਗੇ, ਪੜ੍ਹ ਪੰਕਤੀ, ਕਰਤੇ ਕੀ ਮਿਤ ਕਰਤਾ ਜਾਣੈ। ਅੱਗੇ ਕੀ ਪੰਕਤੀ ਹੈ? ਕਹਿੰਦੇ ਜੀ ਕੇ ਜਾਣੈ ਗੁਰ ਸੂਰਾ। ਹਜੂਰ ਕਹਿੰਦੇ ਨਹੀਂ, ਕੇ ਨਹੀਂ, ਇੱਥੇ ਕਾਇ ਪਾਠ ਹੈ। ਕੇ ਦਾ ਅਰਥ ਹੈ ਕੀ ਜਾਣਦਾ ਗੁਰੂ ਸੂਰਮਾ। ਸੋ ਕਾਇ ਦਾ ਅਰਥ ਹੈ ਜਾਂ। ਅਕਾਲ ਪੁਰਖ ਦੀ ਮਿਤ ਮਰਿਆਦਾ ਨੂੰ ਜਾਂ ਤਾਂ ਅਕਾਲ ਪੁਰਖ ਆਪ ਜਾਣਦਾ ਹੈ, ਤੇ ਜਾਂ ਗੁਰੂ ਸੂਰਮਾ ਜਾਣਦਾ ਹੈ।
जे गुरु सूरमा जो अकाल पुरख का सरगुण स्वरूप है वो ही नहीं जानता तो फिर वो अगे दूसरों को ज्ञान बख्शेगा कि तू अनर्थ कर दिता सिंगा कि गुरु सूरमा कुछ नहीं जानता। गुरु सूरमा जे अज्ञानी होया तो अगे किसी को ज्ञान की प्राप्ति किवें होवेगी। वेख तू अर्थ का अनर्थ कर दिता, दुलावां की थां ते लामपण तो इन्ना वड्डा भारी फर्क पै गया है। तो इनू दो चपेड़ां वजियां, कुछ समा दर्द होई होवेगी, साडे अज तो अंग ही भन दिते, सानू बड़ी भारी दर्द हो रही है सिंगा। वेख के हजूर सच्चे पातशाह दे चरनां ते झुकिया, मुआफ़ी मंगी। भाई दया सिंह जी उस मौके ते चरनां विच खड़े सन, हथ जोड़े, गल च पल्ला पा बेनती की, सच्चे पातशाह गरीब नवाज असी कलयुगी अल्पग जीव, तुहाडी तुर की बाणी अगम अगाध, सो जिन्ना चिर तक असी बाणी दे अर्थ नहीं समझ लेंदे तदों तक सानू पूरी बाणी समझ नहीं पै सकदी। आप कृपा करो बाणी दे अर्थ सुनाओ। अज पता लगा कि के ते कै दा एडा वड्डा भारी फर्क है, अनर्थ हो गया, उपद्रव हो गया। आप कृपा करो। हजूर कहणगे भाई दया सिंह जी धार्मिक युद्ध कर लैण दिओ, सारा सरबंस वार लैण दिओ, जुल्मराज दी जड़ां पट के खारे समुद्र विच पा लैण दिओ, मुक्ति दे सरोवर ला लैण दिओ, वेले ते सुतंत्र हो के फिर असीं ये तुहाडी बेनती जो है इनू प्रवान करदे हां, पर पूरी उस मौके ते करांगे। सारे युद्ध होए, तुर्क अखीरी हार खा के कदे महाराज साहब वाल झाक भी नहीं सके। हजूर सच्चे पातशाह दमदमे साहब गुरु की काशी विच पहुंचे हैं, साबू की तलवंडी। भाई दया सिंह जी ने बेनती की, हजूर हुण तक कोई तुर्क चढ़ के नहीं आ रहा, नुरंगा मर चुका है, बाकी समाप्त हो चुके ने, आप कृपा करो सच्चे पातशाह। तो 1763 बिक्रमी दे विच धन गुरु गोबिंद सिंह साहब सच्चे पातशाह जी ने साबो की तलवंडी, जिसका नाम गुरु की काशी रखिया है कि अगे काशी पढ़न वास्ते जाना पैंदा सी, पर गुरु के सिंह हुण इत्थे दमदमे साहब पढ़न आया करनगे। ऐसी टकसाल चला दिंदे हाँ जिथों अगे बेअंत गुरु के सिख हर मौके ते पढ़िया करनगे। 9 महीने 9 दिनां दे विच धन गुरु गोबिंद सिंह साहब सच्चे पातशाह जी ने सो साउण दे महीने 1763 बिक्रमी नूं ये कथा सारी संपूर्ण करके भोग पाया और 2 शंके मेट दिते। कई लोग ये कहते रहे कि श्री गुरु ग्रंथ साहब जी नूं 10वें पातशाह की आत्मक जोत किवें मनदे हो, क्योंकि 10वें पातशाह की बाणी विच कोई नहीं और 6वें 7वें ते 8वें पातशाह दी विच बाणी कोई नहीं, इस वास्ते असीं नहीं 10वें पातशाह का स्वरूप मनदे। सो वो सारियां दी शंका मेटण वास्ते धन गुरु गोबिंद सिंह साहब जी ने एक ओंकार तो लैके 18 10 20 तक सारी बाणी आप कंठोचारण की। भाई मनी सिंह साहब जी नूं लिखारी लाया, अमृत वेले बाणी उचारनी और पिछले पैर वो अर्थ सुनाने। आप 48 सिंहां नूं अर्थ सुना के महाराज साहब ने एक पवित्र टकसाल अगे चला दी कि गुरु के सिंह साडे मुख तो जिहड़े अर्थ निकले हैं इन्हां नूं सुन के अगे विद्वान ते ज्ञानी बणिया करनगे। सो उन्हां 48 सिंहां दे विच बाबा दीप सिंह ते भाई मनी सिंह साहब जी भी शामिल सन। ये 48 दे 48 सिंह बदेह मुक्त होए, जीवन मुक्ति का आनंद मानन लगे। सो बदेह मुक्त जिहड़ा है उहदी अवस्था ऐसी दस दिंदे ने कि 40 दिन ही उहदा शरीर रह सकदा, मगरों नहीं रह सकदा, क्योंकि उहनूं खाण पीण पैरन दा सब चेता भुल के परमेश्वर दे विच परमेश्वर दा रूप ही हो जाता है। बाकी दे सिंह बदेह मुक्त होए। भाई मनी सिंह बाबा दीप सिंह जी के सिरां दे उपर महाराज साहब ने हस्त कबल रखे। बाबा दीप सिंह तैथों सरीरक तौर पर भी सेवा लैनी है, हजूर मेरे इस आनंद विच फर्क ना पै जावे। सच्चे पातशाह कहण लगे, भाई दीप सिंह भावें तेरा सिर भी वड्ढिया जावे, सो तली ते रख के फिर भी तू खंडा खड़कावेंगा, तेरे इस आनंद विच फर्क नहीं पैण देंगे। ये बाबा दीप सिंह जी नूं उत्थे वर मिलिया सी। भाई मनी सिंह दे सीस ते हथ रखिया, हजूर जिस आनंद विच हुण लीन है इसे विच ही लीन रहण दिओ। भाई मनी सिंह तेथों सरीरक तौर पर सेवा लैनी है, सो गुरमुखा भावें तेरा अंग अंग भी क्यों ना कटिया जावे, तेरे इस आनंद विच गुरमुखा फर्क नहीं पैण देंगे। सो ओ बचन सफले करने ने, काया कापर चीर बहु फारे, हर रंग ना लहै सुभागा, राम रंग कदे उतर ना जाए। सो बंद बंद जो तेरा कटिया जाएगा उस मौके ते भी तेरे इस आनंद विच फर्क नहीं पैण देंगे। ताइयों दोहां गुरु के योद्धियां ने बड़ी भारी कुर्बानी की, 10वें पातशाह दे वर सन। सो खालसा जी ओ गुरमुख प्यारे बाबा दीप सिंह साहब जी नूं हुक्म होया कि तुसीं साबो की तलवंडी रहो, इत्थे टकसाल चलाओ। आप जी ने 4 श्री गुरु ग्रंथ साहब सच्चे पातशाह दे स्वरूप कच्चे बेर खा खा के लिखे, जो 4 तख्त साहबान दे उपर दर्शन हुंदे ने। इत्थे भी दर्शन हुंदे ने, संगरांद वाले दिन ते जां गुरपुरब वाले दिन दर्शन कीते हैं। 4 तख्तां ते दर्शन हुंदे हैं और उन्होंने होर अगे नहीं पढ़ाया, केवल श्री गुरु ग्रंथ साहब के स्वरूप रच के फिर मौका आ गया
ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਨਾ ਜਰ ਸਕੇ ਤਾਂ ਆ ਕੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਹੈੱਡ ਗ੍ਰੰਥੀ ਲੱਗੇ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨੇ ਅੱਗੇ ਟਕਸਾਲ ਚਲਾਈ ਹੈ ਖਾਲਸਾ ਜੀ। ਇਹ ਜਿਹੜੀ ਪਰੰਪਰਾ ਹੁਣ ਤੱਕ ਚੱਲੀ ਆ ਰਹੀ ਹੈ, ਇਹ ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਸਾਹਿਬ ਜੀ ਮੋਢੀ, ਜੋ ਦੋਵੇਂ ਸ਼ਹੀਦ ਹੋਏ ਹਨ, ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸਨ, ਔਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਦਿ ਵਕਤੇ ਬਣੇ, ਤਦੋਂ ਤੋਂ ਲੈ ਕੇ ਇਹ ਟਕਸਾਲ ਚਲੀ ਆ ਰਹੀ ਹੈ। ਤਾਂ ਹੀ ਇਸ ਟਕਸਾਲ ਦਾ ਨਾਮ ਦਮਦਮੀ ਟਕਸਾਲ ਹੈ ਜਾਂ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਤਾਂ ਕਿਹਾ ਜਾਂਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਗੇ ਟਕਸਾਲ ਚਲਾਈ ਸੀ। ਪਿੰਡਰਾਂ ਵਾਲੇ ਤਾਂ ਵੱਜਣ ਲੱਗ ਗਏ ਕਿਉਂਕਿ ਵੱਡੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ, ਉਹਨਾਂ ਦਾ ਜਨਮ ਪਿੰਡਰਾਂ ਦਾ ਸੀ। ਸੋ ਉਹਨਾਂ ਤੋਂ ਉਪਰੰਤ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ, ਉਹਨਾਂ ਦਾ ਜਨਮ ਨਗਰ ਤਾਂ ਅਖਾੜਾ ਸੀ, ਪਰ ਪਹਿਲੇ ਪਿੰਡਰਾਂ ਵਾਲੇ ਕਹਾਉਂਦੇ ਕਰਕੇ ਉਹਨਾਂ ਨੇ ਵੀ ਲੋਕੀ ਪਿੰਡਰਾਂ ਵਾਲੇ ਕਹਿਣ ਲੱਗ ਗਏ। ਇਸ ਵਾਸਤੇ ਅੱਗੇ ਵੀ ਹੁਣ ਦਾਸਾਂ ਨੂੰ ਵੀ ਭਾਵੇਂ ਗੁਣ ਕੋਈ ਨਹੀਂ, ਪਰ ਕਹੀ ਉਸੇ ਤਰ੍ਹਾਂ ਹੀ ਜਾਣਦੇ ਨੇ ਕਿ ਇਹ ਵੀ ਪਿੰਡਰਾਂ ਵਾਲੇ ਹਨ। ਅਸਲ ਦੇ ਵਿੱਚ ਇਹ ਟਕਸਾਲ ਦਮਦਮਾ ਸਾਹਿਬ ਵਾਲੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ। ਸੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪ ਕਿਰਪਾ ਕਰਕੇ ਚਲਾਈ ਹੈ। ਬਾਣੀ ਦੀ ਵਿਚਾਰ ਜਿਸ ਕਰਕੇ ਸਾਡੇ ਹਿਰਦਿਆਂ ਵਿੱਚ ਵਸੇ, ਅਸੀਂ ਗੁਰੂ ਕੇ ਚਰਨਾਂ ਵਿੱਚ ਲੀਨ ਹੋ ਸਕੀਏ। ਸੋ ਅੱਜ ਗੁਰੂ ਕੀ ਕਿਰਪਾ ਹੈ ਖਾਲਸਾ ਜੀ, ਮਹਾਂਪੁਰਖਾਂ ਤੋਂ ਬਾਅਦ ਜੋ ਕਥਾ ਆਰੰਭ, ਇੱਕ ਜੋ ਉਹ ਕਥਾ ਛੱਡ ਕੇ ਸਨ 1187 ਅੰਗ ਤੇ, ਉਹਦਾ ਭੋਗ ਠੀਕ 1 ਸਾਲ ਤੋਂ ਬਾਅਦ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਸੀ ਮਹਿਤੇ ਨਗਰ ਵਿੱਚ ਪਿਆ ਸੀ। ਸੋ ਪਹਿਲੀ ਉਹਨਾਂ ਨੇ ਕਥਾ ਆਰੰਭ ਵੀ ਮਹਿਤੇ ਨਗਰ ਵਿੱਚ ਹੀ ਕੀਤੀ ਸੀ ਵੱਡੇ ਮਹਾਂਪੁਰਖਾਂ ਤੋਂ ਬਾਅਦ, ਔਰ ਪੂਰੀ ਕਥਾ ਉਸ ਨਗਰ ਵਿੱਚ ਹੀ ਕੀਤੀ ਸੀ। ਔਰ ਉਹਨਾਂ ਤੋਂ ਬਾਅਦ ਜਿਹੜੀ ਕਥਾ ਸੰਪੂਰਨ ਹੋਈ, ਉਹਨਾਂ ਨੇ ਛੱਡੀ ਵੀ ਕਥਾ ਉੱਥੇ, ਤੇ ਉਹ ਸੰਪੂਰਨ ਵੀ ਉਹਨਾਂ ਦੇ ਉਸੇ ਸਥਾਨ ਤੇ ਹੋਈ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਕਥਾ ਇੱਥੇ ਆ ਕੇ ਉੱਥੇ ਆਰੰਭ ਕੀਤੀ ਸੀ। ਔਰ ਮਹਾਂਪੁਰਖਾਂ ਦਾ ਬਚਨ ਸੀ ਕਿ 5 ਤਖਤਾਂ ਤੇ 5 ਕਥਾ ਦਾ ਭੋਗ ਪਾਉਣਾ। ਗੁਰੂ ਕੀ ਕਿਰਪਾ ਨਾਲ ਪਹਿਲੀ ਕਥਾ ਦਾ ਭੋਗ ਇੱਥੇ ਪਿਆ ਸੀ ਔਰ ਇੱਥੇ ਹੀ ਆਰੰਭ ਹੋਈ ਸੀ। ਮਹੀਨੇ ਦੇ ਵਿੱਚ ਦੋਵੇਂ ਟਾਈਮ ਕਥਾ ਹੋ ਕੇ ਜਪਜੀ ਸਾਹਿਬ ਇੱਥੇ ਸੰਪੂਰਨ ਹੋਇਆ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਔਰ ਬੜੀ ਭਾਰੀ ਖੁਸ਼ੀ ਹੈ, ਕਲਗੀਧਰ ਸੱਚੇ ਪਾਤਸ਼ਾਹ ਦਾ ਤਰਸ ਹੈ ਕਿ ਅੱਜ ਕਥਾ ਦਾ ਮੱਧ ਵੀ ਇੱਥੇ ਲੱਗ ਰਿਹਾ ਹੈ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ ਵੀ ਦਾਸ ਦੇ ਉੱਪਰ ਮਹਾਂਪੁਰਖਾਂ ਦੀ ਹਸਤ ਕਮਲਾਂ ਤੋਂ ਆਪਣੇ ਚਰਨਾਂ ਵਿੱਚ ਇੱਥੇ ਹੀ ਕਰਵਾਈ ਸੀ 300 ਸਾਲਾ ਵਰ੍ਹੇਗੰਢ ਤੇ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਹ ਕਥਾ ਹੁਣ ਮੱਧ ਤੋਂ ਅੱਗੇ ਆਪਾਂ ਨੂੰ ਆਗਿਆ ਕਰ ਰਹੇ ਹਨ, ਆਰੰਭ ਹੋ ਰਹੀ ਹੈ। ਇਹ ਖਾਲਸਾ ਜੀ ਜਿਹੜੀ ਜੈਰਸਰੀ ਦੀ ਵਾਰ ਹੈ, ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਤ ਆਏ ਸਨ ਕਾਸ਼ੀ ਦੇ ਵਿੱਚੋਂ, ਜਿਨ੍ਹਾਂ ਦਾ ਵਡੇਰਾ ਵਿਸ਼ਨ ਦੱਤ ਸੀ, ਜਿਨ੍ਹਾਂ ਦਾ ਵਡੇਰਾ ਸ਼ਿਵ ਦੱਤ ਸੀ, ਜਿਸ ਦੀ ਮਰੇ ਹੋਏ ਦੀ ਕਲਿਆਣ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਆਪ ਕੀਤੀ ਸੀ। ਔਰ ਜਿਸ ਦੇ ਪ੍ਰਥਾਏ ਸ਼ਬਦ ਉਚਾਰੇ ਸਨ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਸੋ ਉਹਨਾਂ ਦੇ ਅੱਗੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਨ। ਉਹਨਾਂ ਨੇ ਜਦੋਂ ਆਪਣਾ ਪੁਸਤਕਾਲਾ ਵੇਖਿਆ, ਉਹਨਾਂ ਦੇ ਵਿੱਚ 4 ਸ਼ਬਦ ਇਹ ਲਿਖੇ ਹੋਏ ਪ੍ਰਾਪਤ ਹੋਏ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਪੁੱਛਿਆ ਕਿ ਉਹ ਗੁਰੂ ਨਾਨਕ ਸਾਹਿਬ ਜੀ ਕਿੱਥੇ ਹਨ? ਦੱਸਿਆ ਸੰਗਤਾਂ ਨੇ ਕਿ 5ਵੇਂ ਸਰੂਪ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਰਚ ਰਹੇ ਹਨ। ਉਸ ਮੌਕੇ ਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਸੋ ਉਹਨਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜਦੋਂ ਹੋਰ ਕੋਈ ਚੜ੍ਹਾਈ ਕਰ ਜਾਂਦਾ, ਉਹਨਾਂ ਦੀ ਕਲਿਆਣ ਵਾਸਤੇ ਗਰੁੜ ਪੁਰਾਣ ਆਦਿਕ ਦੀ ਕਥਾ ਹੁੰਦੀ ਹੈ, ਤੁਸੀਂ ਦੱਸੋ ਕਿ ਸਿੱਖ ਚੜ੍ਹਾਈ ਕਰ ਜਾਵੇ ਤਾਂ ਮਗਰੋਂ ਕਿਹੜੀ ਕਥਾ ਕਰਿਆ ਕਰੀਏ? ਔਰ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਸਾਡਾ ਮੋਹ ਤੇ ਸਾਡੀ ਮਮਤਾ ਸੰਸਾਰ ਚੋਂ ਕਿਰਪਾ ਕਰਕੇ ਮੇਟੋ। ਉਸ ਮੌਕੇ ਤੇ ਮਹਾਰਾਜ ਸਾਹਿਬ ਨੇ ਕਿਹਾ ਕਿ ਸਾਡੀ ਇਹ ਵਾਰ ਜੋ ਜੈਰਸਰੀ ਦੀ ਵਾਰ ਹੈ, ਇਸ ਦੀ 10 ਦਿਨਾਂ ਵਿੱਚ ਗੁਰੂ ਕੇ ਪਿਆਰੇ ਕਥਾ ਕਰਿਆ ਕਰਨ। 2-2 ਸ਼ਲੋਕਾਂ ਦੀ ਹਰ ਰੋਜ਼ ਹੋਇਆ ਕਰੇ ਅੰਮ੍ਰਿਤ ਵੇਲੇ। ਔਰ 67 ਸ਼ਲੋਕ ਆਪ ਜੀ ਨੇ ਕਿਰਪਾ ਕਰਕੇ ਜੋ ਸਹਿਸਕ੍ਰਿਤੀ ਦੇ ਉਚਾਰਨ ਕੀਤੇ ਹਨ, ਉਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਜਿਹੜੇ ਕਾਸ਼ੀ ਦੇ ਪੰਡਤ ਆਏ ਸਨ, ਜਿਨ੍ਹਾਂ ਦੇ ਵਡੇਰਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ, ਉਹਨਾਂ ਨੇ ਪ੍ਰਥਾਏ ਉਚਾਰਿਆ ਔਰ ਹੁਕਮ ਕੀਤਾ ਕਿ 10 ਦਿਨਾਂ ਦੇ ਵਿੱਚ ਉਹ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਸ਼ਾਮ ਨੂੰ ਹੋਇਆ ਕਰੇ ਔਰ ਅੰਮ੍ਰਿਤ ਵੇਲੇ ਜੈਰਸਰੀ ਦੀ ਵਾਰ ਦੀ ਕਥਾ ਹੋਇਆ ਕਰੇ। 10 ਦਿਨਾਂ ਦੇ ਵਿੱਚ ਭੋਗ ਪਿਆ ਕਰੇ। ਉਸ ਪ੍ਰਾਣੀ ਦੀ ਰੂਹ ਫਿਰ ਸੰਸਾਰ ਦੇ ਵਿੱਚ ਜਾਂ ਘਰਾਂ ਵਿੱਚ ਜਾਂ ਸੰਬੰਧੀਆਂ ਦੇ ਵਿੱਚ ਫਿਰ ਨਹੀਂ ਰਹੇਗੀ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਵੇਗਾ। ਇਸ ਵਾਸਤੇ ਹੋਰ ਗਰੁੜ ਪੁਰਾਣ ਆਦਿਕ ਕਥਾ ਨੂੰ ਛੁਡਾ ਕਰਕੇ ਮਹਾਰਾਜ ਸਾਹਿਬ ਨੇ ਇਹ ਤੁਰਕੀ ਬਾਣੀ ਦੀ ਕਥਾ ਸਾਨੂੰ ਇਹ ਫਰਮਾਈ ਹੈ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਹ ਜੈਰਸਰੀ ਦੀ ਵਾਰ ਆਰੰਭ ਕਰ ਰਹੇ ਹਨ। ਜੈਰਸਰੀ ਮਹੱਲਾ 5ਵਾਂ ਵਾਰ ਸ਼ਲੋਕਾਂ ਨਾਲ। ਜੈਰਸਰੀ ਇਹ ਰਾਗਨੀ ਹੈ ਤੇ 5ਵੇਂ ਪਾਤਸ਼ਾਹ ਦੀ ਉਚਾਰਦੇ ਹਨ। ਵਾਰ ਦੇ ਨਾਲ ਜਿਹੜਾ ਮਹੱਲਾ ਆਵੇ ਇਹ ਨਿਯਮ ਹੈ, ਵਾਰ ਨਾਮ ਹੈ ਪੌੜੀਆਂ ਦਾ।
कि उसे पातशाह दीयां पौड़ियां होणगीਆਂ। इत्थे आया वार दे नाल महला पंजवां, इस वार दे विच सारियां ही पौड़ियां पंजवें पातशाह जी दीयां होणगीਆਂ। जिवें सोठ वार महले चौथे की फरमाया, सोठ राग की जिहड़ी वार है वो महला चौथा लिखिया है, उस दे विच सारियां पौड़ियां चौथे पातशाह जी दीयां हन। सो होर जिथे जिथे महाराज साहब ने वार दे नाल महला उचारिया, जो होर स्वरूप का महला होवे तां उत्थे महला पंजवां, पौड़ी नवीं महला पंजवां, पौड़ी पंजवां। इस प्रकार उत्थे वखरा वखरा नियम दर्शा दिता है कि यह इस स्वरूप की बाणी है। नहीं तो वार दे नाल जिहड़ा महला होवे ये नियम है कि उसे स्वरूप दियां ही वो सारियां पौड़ियां हन। सो ये वार संपूर्ण ही सतगुरु पंजवें पातशाह जी की है। इस दे विच श्लोक महले ते पौड़ियां पंजवें पातशाह जी दी आउणगे। वार नाम है जस दा परमेश्वर दा जस कथन कीता है। वार नाम है जिथे दो सूरमियां दे वार वरण। सो इत्थे मुकाबला है मोह दा ते विवेक दा, अज्ञान दा ते ज्ञान दा, गुरमुखां दा ते मनमुखां दा, आस्तिकां दा ते नास्तिकां दा। इत्थे विवेक की जित होवेगी, गुरमुखां की जित होवेगी, ज्ञान की जित होवेगी। इन्हां दे विरोधी जिहड़ी आसरी संपदा है उन्हां दी हार होवेगी, दैवी संपदा की जित होवेगी। ऐसी महाराज साहब ने कृपा करके ये वार उच्चारण की है। एक ओंकार सतगुर प्रसाद, एक अद्वैत रूप ब्रह्म ओंकार सारा दा प्रकाशक सतगुरां की कृपा करके प्राप्त हुंदा है। सो श्लोकां दे नाल ये वार उच्चारण की है। भाव ये नाल जिहड़े श्लोक हैं ये भी पंजवें पातशाह जी दे हन। सो अगे फरमाउंदे हन श्लोक, महाराज साहब जी पहला श्लोक रचिया करनगे और फिर उसे दी व्याख्या पौड़ी दे विच करया करनगे। जिवें सुखमनी साहब दे विच पहला श्लोक ते ओदी व्याख्या अष्टपदी विच उच्चारण आप जी ने कीती है। सो आप श्लोक फरमाउंदे हन, आदि पूरन मद पूरन। सो परमेश्वर दा निर्णय करदे हन परमेश्वर कैसा है। परमेश्वर आदि विच भी पूर्ण सी। जदों सृष्टि रचना की, सृष्टि के आरंभ दे विच भी परमेश्वर पूर्ण सी ते मध स्थान दे विच हुण जदों सृष्टि का प्रवाह चल रहा है हुण भी वो परमेश्वर पूर्ण है। अंत पूर्ण परमेश्वर है। ते जदों सृष्टि का अंत हो जाएगा उस वेले भी परमेश्वर पूर्ण होवेगा। सो कई थां ऐसियां जो पुछीदा थां नीवां क्यों है, कहंदे किसी मौके ते इत्थे नदी चलदी सी। सो दृष्टांत दिंदे हन। सो जिवें खालसा जी जिथे खुश्क थां है हाले नदी नहीं आई, उत्थे भी धरती है। जदों कदे नदी का प्रवाह उत्थों साणी वगन लग पवे फिर भी उसके थल्ले धरती है। जदों प्रवाह अगे चला जाए फिर भी वो धरती उस तरह की रहिंदी है। इस तरह जदों हाले इस संसार का प्रवाह नहीं सी चलाया उस मौके ते भी परमेश्वर पूर्ण सी, सारिਆਂ ਦੇ आरंभ विच भी। ते जदों इस सृष्टि का प्रवाह चल रहा है हुण भी वो पूर्ण है। ते जदों सृष्टि की समाप्ति होगी उस मौके ते भी वो पूर्ण का पूर्ण ही रहेगा। आदि विच अधिष्ठान रूप, मध्य विच व्यापक रूप, अंतरों सिद्धांत रूप होवेगा। आदि पूर्ण मध्य पूर्ण इन्हां अखरां दे आउण करके इत्थे मध्य गुरमुख प्यारिਆਂ ने मन्निया कि इत्थे श्री गुरु ग्रंथ साहिब जी की बाणी का मध्य है। सो इस तरह कहते हैं आदि जदों ये जीव तू माता के गर्भ दे विच सी उस मौके ते भी परमेश्वर पूर्ण सी। हुण जदों तू मध्य विच इत्थे संसार जिंदगी भोग रहा तां भी उस पूर्ण दे विच ही जुड़ना कर। सो अंत नूं जदों तेरा अंत हो गया फिर भी वो परमेश्वर पूर्ण का पूर्ण ही होवेगा। क्यों भी अर्थ लाउंदे ने कि आदि गुरु नानक साहब जी भी पूर्ण, मध्य ये उचारण वाले गुरु अर्जन साहब जी भी पूर्ण, ते साहिब श्री गुरु गोबिंद सिंह साहब जी भी पूर्ण और उन्होंने तुरकी बाणी दसवीं पातशाहियों की आत्मक जोत भी सारिया शक्तियां करके पूर्ण है। चवर तख्त छत्र की मालक है। सो आदि विच की चाहिए है जदों असी जन्म धारीए जन्म तो लैके ही चाहिए है, जदों तो लैके सुरत संभलीए। जिवें भगत प्रहलाद वर्गे भगत ध्रुव वर्गिया ने 5 साल की अवस्था में ही परमेश्वर को चेते करना आरंभ किया। आदि विच भी सानू चाहिए है जिंदगी के आरंभ दे विच भी पूर्ण परमेश्वर का चिंतन करिए। जदों मध्य भर जवानी विच होइए तां भी परमेश्वर का चिंतन करिए। जदों अंतला समा आवे उस मौके ते सेवक की ओढ़ के निभी प्रीत, जीवत साहिब सेवियो अपना चलते राखियो चीत। ताइए तज आप उन्होंने गुण गा रहे हैं। ताइए उन्होंने गुरमुख जन्म सवार दरगाह चलिया, सच्ची दरगाह जाए सच्चा पिंड मलिया। सो आदि विच भी परमेश्वर पूर्ण है, मध्य विच भी पूर्ण है, अंतरों में परमेश्वर पूर्ण व्यापक है। सिमरंत संत सर्वत्र रमणम। ओनू जी किवें चेते करिए, एक देशी करके कहंदे कदे भी नहीं। जिहड़े संत महात्मा ने स्वास स्वास नाम जपण वाले ओहदा सिमरन करदे हन। सर्वत्र सर्व जो नेत्रां दा विशा संसार है,
ਸਾਰਿਆਂ 'ਚ ਵਿਆਪਕ ਰੂਪ ਜਾਣ ਕਰਕੇ ਪਰਮੇਸ਼ਰ ਨੂੰ ਚੇਤੇ ਕਰਦੇ ਹਨ। ਨਾਨਕ ਅਗਨਾਸਨ ਜਗਦੀਸ਼ਰਾ ਉਹ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਜਗਤ ਦਾ ਈਸ਼ਰ ਰੂਪ ਜੋ ਵਾਹਿਗੁਰੂ ਹੈ। ਸੋ ਪੁੱਛਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ, ਦੱਸ ਤੇ ਹੈ ਦ੍ਰੋਪਦੀ ਤੇਰੀ ਪੈਜ ਰਹਿ ਗਈ? ਕਹਿੰਦੇ ਹਾਂ ਜੀ, ਪਰ ਸ਼ਰਮਸਾਰ ਹੋ ਕੇ ਬੇਨਤੀ ਕੀਤੀ। ਕਹਿੰਦੇ ਹਾਂ ਜੀ ਪੈਜ ਤਾਂ ਰਹਿ ਗਈ, ਪਰ ਪਹਿਲਾਂ ਕਿਉਂ ਨਾ ਤੁਸੀਂ ਆਏ? ਸੋ ਕਹਿੰਦੇ ਪਹਿਲਾਂ ਤੇਰਾ ਖਿਆਲ ਸੀ ਕਿ ਮੇਰੇ ਪੰਜੇ ਪਤੀ ਜਿਹੜੇ ਨੇ ਮੇਰੀ ਰੱਖਿਆ ਕਰਨਗੇ, ਫਿਰ ਤੇਰਾ ਖਿਆਲ ਸੀ ਰਾਜਾ ਮੇਰੀ ਸਹਾਇਤਾ ਕਰੇਗਾ, ਫਿਰ ਤੂੰ ਕਦੇ ਸਾਨੂੰ ਕਹਿਣ ਲੱਗੀ ਹੈ ਬਿੰਦਰਾਬਨ ਵਾਸੀ, ਹੈ ਮੁਰਲੀ ਮਨੋਹਰ ਇੱਕ ਦੇਸ਼ੀ ਕਰਕੇ ਤੂੰ ਸਾਨੂੰ ਚੇਤੇ ਕਰਦੀ ਰਹੀ, ਅਸੀਂ ਨਾ ਆਏ। ਜਦੋਂ ਤੂੰ ਕਿਹਾ ਹੈ ਸਰਬ ਵਿਆਪੀ ਕਿਰਪਾ ਕਰੋ, ਅਸੀਂ ਝਾਟੀ ਉਸ ਮੌਕੇ ਤੇ ਤੇਰੀ ਸਹਾਇਤਾ ਕੀਤੀ। ਇਸ ਵਾਸਤੇ ਪਰਮੇਸ਼ਰ ਇੱਕ ਦੇਸ਼ੀ ਨਹੀਂ, ਸਰਬ ਵਿਆਪੀ ਹੈ। ਮਹਾਤਮਾ ਚੇਤੇ ਕਰਦੇ ਹਨ ਸਭ ਥਾਵਾਂ ਤੇ ਉਹਨੂੰ, ਪਰਮੇਸ਼ਰ ਨੂੰ ਰਮਣ ਵਿਆਪਕ ਰੂਪ ਜਾਣ ਕਰਕੇ। ਨਾਨਕ ਅਗਨਾਸਨ ਜਗਦੀਸ਼ਰਾ ਉਹ ਸਾਰੇ ਪ੍ਰਕਾਰ ਦੇ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਜਗਤ ਦਾ ਈਸ਼ਰ ਹੈ। ਵੇਖਣ ਸੁਣਨ ਸੁਣਾਵਨ ਉਸ ਦੀ ਸੱਤਾ ਦੇ ਨਾਲ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਆਪਣੀ ਜ਼ਬਾਨ ਨਾਲ ਬੋਲ ਕਰਕੇ ਸਿਧਾਂਤ ਆਪਣਾ ਦੱਸ ਰਹੇ ਹਾਂ। ਸੋ ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਤਾਤ ਤੜਾਕੀ ਬੋਲੀ ਜਾਂਦੇ ਹਾਂ, ਤਾਤ ਤਤ ਸਿਧਾਂਤ ਆਪਣਾ ਜਿਹੜਾ ਵਿਪਰਾ ਹੈ, ਮਨ ਦਾ ਖਿਆਲ ਹੈ, ਜਿਸ ਕਰਕੇ ਅਸੀਂ ਉਹ ਦੱਸੀ ਜਾਂਦੇ ਹਾਂ। ਇਸ ਪ੍ਰਕਾਰ ਚਾਹੀਦਾ ਹੈ ਵੇਖਣ, ਇਹਨਾਂ ਨੇਤਰਾਂ ਦੇ ਨਾਲ ਸਾਨੂੰ ਵੇਖਣਾ ਵੀ ਉਸੇ ਪਰਮੇਸ਼ਰ ਨੂੰ ਚਾਹੀਦਾ ਹੈ। ਸੋ ਜਿਵੇਂ ਆਪਾਂ ਹੁਣੇ ਸਤਿਕਾਰਯੋਗ ਪਾਰਸ ਜੀ ਪਾਸੋਂ ਸੁਣ ਰਹੇ ਸੀ ਕਿ ਸਾਡੇ ਜਿਹੜੇ ਇਹ ਗੋਲਕਾਂ ਹਨ, ਇਹ ਛੇਕ ਹਨ, ਇਹਨਾਂ ਦੇ ਉੱਪਰ ਅਸੀਂ ਉਂਗਲਾਂ ਕਿਵੇਂ ਰੱਖਣੀਆਂ ਨੇ, ਇਹਨਾਂ 'ਚੋਂ ਕਿਹੜਾ ਛੇਕ ਖੁੱਲ੍ਹਾ ਰੱਖਣਾ ਤੇ ਕਿਹੜੇ ਨੂੰ ਕਿਸ ਮੌਕੇ ਤੇ ਬੰਦ ਕਰਨਾ ਹੈ। ਸੋ ਵੇਖਣਾ ਵੀ ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾਂ। ਇਸ ਪ੍ਰਕਾਰ ਜੇਤਾ ਪੇਖਮ ਤੇਤਾ ਧਿਆਨ, ਵੇਖਣਾ ਵੀ ਇੱਕੇ ਨੂੰ ਕਰੀਏ, ਸੁਣਨਾ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਕਰੀਏ, ਤੇ ਸੁਣਾਈਏ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੇ ਤਾਈਂ। ਮਨ ਮਹਿ ਦ੍ਰਿੜਿਆ ਸਾਚ, ਆਪਣੇ ਮਨ ਦੇ ਵਿੱਚ ਵੀ ਇੱਕੋ ਇੱਕ ਸੱਚੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰੀਏ, ਵਸਾਉਣਾ ਕਰੀਏ। ਪੂਰ ਰਹਿਓ ਸਰਬਤਰ ਮੈਂ, ਉਹ ਮੈਂ ਨਾਮ ਰੂਪਾਂ ਦਾ ਹੈ, ਸਾਰੇ ਰੂਪਾਂ ਆਕਾਰਾਂ ਦੇ ਵਿੱਚ ਪਰਮੇਸ਼ਰ ਉਹ ਪੂਰਨ ਵਿਆਪਕ ਹੋ ਰਿਹਾ ਹੈ। ਨਾਨਕ ਹਰ ਰੰਗ ਰਾਜ, ਉਸ ਹਰੀ ਪਰਮੇਸ਼ਰ ਦੇ ਰੰਗ, ਪ੍ਰੇਮ ਦੇ ਰੰਗ ਦੇ ਵਿੱਚ ਰਚਣਾ ਚਾਹੀਦਾ ਹੈ, ਜਿਹੜਾ ਰੰਗ ਕਦੇ ਉਤਰਨ ਵਾਲਾ ਨਹੀਂ ਹੈ, ਜਿਹੜਾ ਰਾਮ ਰੰਗ ਕਦੇ ਉਤਰ ਨਾ ਜਾਏ, ਉਸੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਚਨਾ ਕਰੀਏ। ਪੌੜੀ ਦੇ ਵਿੱਚ ਵਿਆਖਿਆ ਕਰਦੇ ਹਨ ਆਪ ਸੱਚੇ ਪਾਤਸ਼ਾਹ, ਹਰ ਏਕ ਨਿਰੰਜਨ ਗਾਈਐ, ਹਰੀ ਜੋ ਇੱਕੋ ਇੱਕ ਅਦਵੈਤ ਰੂਪ ਹੈ, ਨਿਰੰਜਨ ਮਾਇਆ ਕਾਲਕ ਤੋਂ ਰਹਿਤ ਸੁੱਧ ਬ੍ਰਹਮ, ਉਸੇ ਪਰਮੇਸ਼ਰ ਨੂੰ ਕੀਰਤਨ ਵਿੱਚ ਪਾ ਕਰਕੇ ਪ੍ਰੀਤ ਰੂਪੀ ਰਸਨਾ ਦੇ ਨਾਲ ਗਾਉਣਾ ਕਰੀਏ। ਸਭ ਅੰਤਰ ਸੋਈ, ਉਹ ਸਾਰਿਆਂ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਰਨ ਕਾਰਨ ਸਮਰੱਥ ਪ੍ਰਭ, ਉਹ ਸਾਰੇ ਕਾਰਜਾਂ ਨੂੰ ਕਰਨ ਨੂੰ ਪ੍ਰਭੂ ਸਮਰੱਥ ਮਾਲਕ ਹੈ। ਜੋ ਕਰੇ ਸੋ ਹੋਈ, ਜੋ ਪਿੱਛੇ ਕਰਦਾ ਸੀ ਹੁੰਦਾ ਸੀ, ਜੋ ਕਰ ਰਿਹਾ ਹੈ ਸੋ ਹੋ ਰਿਹਾ, ਜੋ ਕਰੇਗਾ ਸੋ ਹੋਵੇਗਾ, ਜੋ ਉਹਦਾ ਸਿਮਰਨ ਭਜਨ ਕਰੇਗਾ ਉਹਦਾ ਰੂਪ ਹੀ ਹੋ ਜਾਵੇਗਾ। ਖਿਨ ਮਹਿ ਥਾਪ ਉਹ ਥਾਪ ਦਾ, ਉਹ ਖਿਨ ਕਾਲ ਦੇ ਵਿੱਚ ਉਹ ਐਸਾ ਸਮਰੱਥ ਹੈ। ਸੋ ਖਿਨ ਕਾਲ ਦੇ ਵਿੱਚ ਥਾਪ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ, ਤੇ ਛਿਨ ਕਾਲ ਦੇ ਵਿੱਚ ਉਹ ਨਾਸ਼ ਕਰ ਦਿੰਦਾ ਹੈ। ਇਹ ਨਹੀਂ ਕਿ ਉਹ 7 ਦਿਨਾਂ ਦੇ ਵਿੱਚ ਸ੍ਰਿਸ਼ਟੀ ਬਣਾਉਂਦਾ ਹੰਭ ਗਿਆ, ਫਿਰ ਉਹਨਾਂ ਹੀ ਹਫਤਾ ਬਣਾ ਦਿੱਤਾ, ਇਉਂ ਨਹੀਂ। ਉਹ ਤਾਂ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਖਿਨ ਕਾਲ ਦੇ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰਕੇ ਔਗੁਣਾਂ ਨੂੰ ਪੱਟ ਦਿੰਦਾ ਹੈ। ਖਿਨ ਕਾਲ ਦੇ ਵਿੱਚ ਹਿਰਦੇ ਵਿੱਚ ਗਿਆਨ ਵਸਾ ਕੇ ਅਗਿਆਨ ਨੂੰ ਹਿਰਦੇ ਵਿੱਚੋਂ ਨਾਸ਼ ਕਰ ਦਿੰਦਾ ਹੈ। ਇਸ ਬਿਨ ਨਹੀਂ ਕੋਈ, ਇਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਐਸਾ ਸਮਰੱਥ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ, ਉਹ ਪਰਮੇਸ਼ਰ ਕੈਸਾ ਹੈ, ਖੰਡਾਂ ਵਿੱਚ 9 ਖੰਡਾਂ ਦੇ ਵਿੱਚ ਵੀ ਬ੍ਰਹਮੰਡ ਜਿਹੜਾ ਵੱਡਾ ਭਾਂਡਾ ਹੈ 21 ਪੁਰੀਆਂ ਵਾਲਾ, 7 ਪਤਾਲਾਂ ਦੇ ਵਿੱਚ ਵੀ, 7 ਦੀਪਾਂ ਦੇ ਵਿੱਚ ਵੀ ਰਵਿਆ ਸਭ ਲੋਈ। ਸਾਰੇ ਜਿਹੜੇ ਲੋਕ ਹਨ ਉੱਪਰਲੇ ਭੂਰ ਮਹਿਰ ਭੁਵ ਜਨ ਸਤ ਤਪ ਗੋਲੋਕ ਆਦਿਕ, ਸਾਰਿਆਂ ਲੋਕਾਂ ਦੇ ਵਿੱਚ ਸਾਰੀ ਲੋਈ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਉਹ ਲੋਈ ਪ੍ਰਕਾਸ਼ ਰੂਪ ਸਾਰਿਆਂ ਦੇ ਵਿੱਚ ਆਪ ਉਹ ਵਿਆਪਕ ਹੋ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਜੀ ਸਮਝ ਕੌਣ ਸਕਦਾ, ਕਹਿੰਦੇ ਜਿਸ ਨੂੰ ਪਰਮੇਸ਼ਰ ਆਪ ਸਮਝਾਵੇ ਉਹ ਹੀ ਕੇਵਲ ਸਮਝ ਸਕਦਾ ਹੈ, ਤੇ ਸਮਝ ਸਕਦਾ ਸੀ ਸਮਝ ਸਕੇਗਾ। ਨਿਰਮਲ ਜਨ ਸੋਈ, ਉਸੇ ਜਨ ਸੇਵਕ ਨੂੰ ਕਹਿ ਦਿਓ ਕਿ ਉਹੀ ਨਿਰਮਲ ਹੈ, ਉਹੀ ਉਜਲ ਹੈ, ਉਹੀ ਸੁੱਧ ਹੈ, ਤੇ ਉਸੇ ਨੂੰ ਖਾਲਸਾ ਕਹਿ ਦਿਓ, ਉਹੀ ਪਵਿੱਤਰ ਹੈ, ਉਹੀ ਭਾਗਾਂ ਵਾਲਾ ਹੈ, ਤੇ ਉਹੀ ਸਿੰਘ ਹੈ, ਤੇ ਉਹੀ ਸੰਤ ਹੈ। ਸੋ ਉਹਨਾਂ ਦਾ ਨਾਮ ਹੀ ਭਾਗ ਸਿੰਘ ਸੰਤ ਕਿਹਾ ਜਾ ਸਕਦਾ ਹੈ। ਉਹੀ ਉਜਲ ਹੈ, ਭਾਗਾਂ ਵਾਲਾ, ਜਿਨ੍ਹਾਂ ਨੂੰ ਪਰਮੇਸ਼ਰ ਕਿਰਪਾ ਕਰਕੇ ਸਮਝਾ ਦੇਵੇ। ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਅਸੀਂ ਵੀ ਸਾਰਿਆਂ ਵਿੱਚ ਤੇਰਾ ਜਲਵਾ ਵੇਖਣਾ ਕਰੀਏ। ਭਾਈ ਕਨ੍ਹਈਏ ਵਾਲੀ ਨਿਗਾਹ ਸਾਨੂੰ ਵੀ ਦੇ, ਸਾਡੇ ਤੇ ਵੀ ਤਰਸ ਕਰ, ਤੇਰੇ ਸਰੂਪ ਨੂੰ ਸਮਝ ਸਕੀਏ, ਲੋਕ ਪ੍ਰਲੋਕ ਵਿੱਚ ਉਜਲੇ ਹੋਈਏ। ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਕਥਾ
ਮੱਧ ਤੋਂ ਅੱਗੇ ਆਰੰਭ ਹੋਈਦਾ। ਸਭ ਸੰਗਤਾਂ ਨੂੰ ਖਾਲਸਾ ਜੀ ਲੱਖ ਲੱਖ ਵਧਾਈ ਹੋਵੇ। ਅਸੀਸ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀ ਰਸਨਾ ਤੇ ਵਸਣ, ਅਲਪੱਗ ਬੁੱਧੀ ਵਾਲੇ ਨੂੰ ਆਪ ਇਹ ਸਮੱਤ ਬਖਸ਼ਣ। ਇਸ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੋ ਨਰੋਲ ਗੁਰਮਤਿ ਅਨੁਸਾਰ ਹੋ ਸਕਿਆ ਕਰੇ, ਜਿਸ ਕਰਕੇ ਦਾਸ ਦਾ ਵੀ ਭਲਾ ਹੋਵੇ। ਇਹ ਗੁਰੂ ਕੇ ਚਰਨਾਂ ਵਿੱਚ ਸਭ ਅਰਦਾਸ ਕਰੋ। ਸੋ ਜਿਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਤਰਸ ਕਰਨ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਹੁਣ ਦੀ ਦਾਲ ਦਾ ਪਾਣੀ, ਥੋੜੀ ਜਿਹੀ ਮਧੂਗੜੀ ਦੀ ਗਰਾਹੀ, ਇਹ ਉਹਨਾਂ ਦੀ ਖੁਰਾਕ ਸੀ। ਉਹਨਾਂ ਦੀ ਮਹਾਨ ਕਿਰਪਾ ਹੋਈ ਬਾਬਾ ਸੁੰਦਰ ਸਿੰਘ ਜੀ ਦੇ ਉੱਤੇ, ਹੋਰ ਅਨੇਕ ਵਿਦਵਾਨਾਂ ਦੇ ਉੱਤੇ। ਬਾਬਾ ਸੁੰਦਰ ਸਿੰਘ ਦੀ ਕਿਰਪਾ ਹੋਈ ਗਿਆਨੀ ਗੁਰਬਚਨ ਸਿੰਘ ਦੇ ਉੱਤੇ। ਗਿਆਨੀ ਗੁਰਬਚਨ ਸਿੰਘ ਜੀ ਦਸਮ ਪਾਤਸ਼ਾਹ ਦੀ ਮਿਹਰ ਦੇ ਨਾਲ ਥਾਪੀ ਦਿੱਤੀ ਸੰਤ ਕਰਤਾਰ ਸਿੰਘ ਜੀ ਨੂੰ। ਇਸ ਦਰਬਾਰ ਦੇ ਵਿੱਚ ਆਣ ਕੇ ਉਹਨਾਂ ਨੇ ਬਖਸ਼ਿਸ਼ ਕੀਤੀ। ਇਹ ਹੁਣ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਦੁਆਰਾ, ਅੰਮ੍ਰਿਤ ਪ੍ਰਚਾਰ ਦੁਆਰਾ ਨਿਹਾਲ ਕਰ ਰਹੇ ਹਨ। ਬੜੀ ਮਹਾਨ ਕਿਰਪਾ ਹੈ ਮਹਾਰਾਜ ਦੀ। ਹਜ਼ਾਰਾਂ ਪ੍ਰਾਣੀ ਅੰਮ੍ਰਿਤਪਾਨ ਕਰਦੇ ਹਨ, ਸੈਂਕੜੇ ਵਿਦਿਆਰਥੀ ਪੜ੍ਹਦੇ ਹਨ। ਔਰ ਆਪ ਨੇ ਉੱਥੇ ਰਾਗ ਵਿਦਿਆਲਾ ਖੋਲ੍ਹਿਆ ਹੈ, ਜਿੱਥੇ ਕਈ ਦਰਜਨਾਂ ਵਿਦਿਆਰਥੀ ਰਾਗ ਸਿੱਖਦੇ ਹਨ। ਇਹ ਜੋ ਇਸ ਵੇਲੇ ਅੰਮ੍ਰਿਤ ਪ੍ਰਚਾਰ ਵਹੀਰ, ਗੁਰਮਤਿ ਪ੍ਰਚਾਰ ਵਹੀਰ ਚੱਲਦਾ ਫਿਰਦਾ ਕਾਲਜ ਹੈ, ਸੰਤ ਕਰਤਾਰ ਸਿੰਘ ਜੀ ਦੇ ਜਥੇਦਾਰ ਹਨ। ਮੈਂ ਇਹਨਾਂ ਨੂੰ ਇਸ ਦੀ ਬਹੁਤ ਬਹੁਤ ਸਾਰੀ ਸੰਗਤਾਂ ਵੱਲੋਂ ਵਧਾਈ ਦਿੰਦਾ ਹਾਂ। ਹੁਣ ਆਪ ਜੀ ਨੇ ਕੀਰਤਨ ਸਰਵਣ ਕਰਨਾ ਹੈ ਪ੍ਰੋਫੈਸਰ ਸਾਹਿਬ ਦੇ ਪਾਸੋਂ। ਇਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਗਿਆਨੀ ਬਲਦੇਵ ਸਿੰਘ ਜੀ 10 ਮਿੰਟ ਵਾਸਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾ ਲੈਣ, ਅਤੇ ਪ੍ਰੋਫੈਸਰ ਸਾਹਿਬ ਉਹਨੇ ਚਿਰ ਨੂੰ ਆਪਣੇ ਸਾਜ਼ ਲੈ ਆਉਣਗੇ। ਆਓ ਬਲਦੇਵ ਸਿੰਘ ਜੀ।